ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਤਾਂ ਕੈਨੇਡੀਅਨ ਸਿੱਖ ਸਟੱਡੀ ਐਂਡ ਐਜੂਕੇਸ਼ਨ ਸੁਸਾਇਟੀ ਦਾ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਇਸ ਸੁਸਾਇਟੀ ਦੇ ਵਿੱਚ ਜਿਹੜੇ ਕਾਰਕੁਨ ਨੇ ਉਹ ਪ੍ਰਸ਼ੰਸਾ ਦੇ ਪਾਤਰ ਨੇ, ਕਿਉਂਕਿ ਉਹ ਕੰਮ ਬੜਾ ਪਾਏਦਾਰ ਕਰ ਰਹੇ ਨੇ। ਖਾਸ ਤੌਰ 'ਤੇ ਸਿੱਖ ਧਰਮ, ਸਾਹਿਤ, ਇਤਿਹਾਸ ਅਤੇ ਸੱਭਿਆਚਾਰ ਦੀ ਜਿਹੜੀ ਸਹੀ ਪਹਿਚਾਣ ਦੇ ਲਈ ਠੋਸ ਜਾਣਕਾਰੀ ਦੇਣ ਵਾਲੀਆਂ ਕਿਤਾਬਾਂ ਤੁਹਾਡੇ ਤੱਕ ਪਹੁੰਚਾ ਰਹੇ ਨੇ। ਮੈਂ ਉਹਨਾਂ ਦਾ ਰਿਣੀ ਇਸ ਕਰਕੇ ਹਾਂ ਕਿ ਉਹਨਾਂ ਨੇ ਤੁਹਾਡੇ ਰੂਬਰੂ ਕਰਾਉਣ ਦੇ ਵਿੱਚ ਬਹੁਤ ਸਾਥ ਦਿੱਤਾ ਹੈ। ਅੱਜ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਪਰਸਨੈਲਿਟੀ ਤੇ ਖਾਸ ਤੌਰ 'ਤੇ ਉਹਦੀ ਜੰਗੀ ਕਲਾ ਤੇ ਸਟੇਟਸਮੈਨਸ਼ਿਪ ਬਾਰੇ ਗੱਲ ਕਰਾਂਗੇ। ਮੈਂ ਚਾਹਾਂਗਾ ਕਿ ਕੁਝ ਸਮਾਂ ਵਿਚਾਰਾਂ ਦੇ ਲਈ ਵੀ ਬਚ ਜਾਵੇ, ਕਿਉਂਕਿ ਵਿਸ਼ਾ ਬੜਾ ਵਿਆਪਕ ਹੈ। ਮੈਂ ਕੋਸ਼ਿਸ਼ ਕਰਾਂਗਾ ਕਿ ਇਹਨੂੰ ਜਲਦੀ ਨਿਬੇੜਾਂ। ਬਾਬਾ ਬੰਦਾ ਸਿੰਘ ਬਹਾਦਰ ਦੇ ਸੰਬੰਧ ਦੇ ਵਿੱਚ ਸੰਖੇਪ ਦੇ ਤੌਰ 'ਤੇ ਮੈਂ ਪਿਛਲਾ ਜੀਵਨ ਜਿਹੜਾ ਗੁਰੂ ਸਾਹਿਬ ਦੀ ਸ਼ਰਨ ਤੋਂ ਦੇ ਵਿੱਚ ਆਉਣ ਤੋਂ ਪਹਿਲਾਂ ਦਾ ਮੈਂ ਉਸ ਨੂੰ ਛੱਡਦਾ, ਕਿਉਂਕਿ ਉਸ ਦੇ ਵਿੱਚ ਵਿਸਥਾਰ ਦੇ ਵਿੱਚ ਜਾਣ ਦੀ ਲੋੜ ਨਹੀਂ। ਬਾਬਾ ਬੰਦਾ ਸਿੰਘ ਬਹਾਦਰ ਦੀ ਮੁਲਾਕਾਤ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ 3 ਸਤੰਬਰ 1708 ਨੂੰ ਡੇਟ ਵਿੱਚ ਹੋਈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਤੂਬਰ ਦੇ ਪਹਿਲੇ ਹਫ਼ਤੇ 1708 ਦੇ ਵਿੱਚ ਜੋਤੀ ਜੋਤ ਸਮਾ ਗਏ। ਸੋ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਵਿੱਚ ਰਹਿਣ ਦਾ ਤੇ ਸੰਗਤ ਮਾਨਣ ਦਾ ਸਮਾਂ ਮੈਂ ਕਹਿ ਸਕਦਾ ਜੋ ਹਜ਼ੂਰੀ ਸਿੱਖ ਸਨ ਉਹਨਾਂ ਵਿੱਚੋਂ ਸਭ ਤੋਂ ਘੱਟ ਸਮਾਂ ਉਹਨਾਂ ਨੂੰ ਮਿਲਿਆ ਸੀ। 5 ਕੁ ਹਫ਼ਤੇ ਦਾ ਸਮਾਂ। ਤੇ ਜੇਕਰ ਬਾਬਾ ਬੰਦਾ ਸਿੰਘ ਬਹਾਦਰ ਦਾ ਇੱਕ ਸਿੱਖ ਦੇ ਤੌਰ ਤੇ ਜੀਵਨ ਦੇਖੀਏ, ਸਿੰਘ ਦੇ ਤੌਰ ਤੇ ਜੀਵਨ ਦੇਖੀਏ, ਉਹ 3 ਸਤੰਬਰ 1708 ਨੂੰ ਖਾਲਸਾ ਦਲ ਦੇ ਵਿੱਚ ਸ਼ਾਮਲ ਹੋਏ ਤੇ 9 ਜੂਨ 1716 ਈਸਵੀ ਨੂੰ ਸ਼ਹੀਦੀ ਪ੍ਰਾਪਤ ਕਰ ਗਏ। ਲਗਭਗ ਪੌਣੇ 8 ਸਾਲ ਦਾ ਸਮਾਂ ਉਹਨਾਂ ਦਾ ਇਹ ਬਣਦਾ ਹੈ ਜੀਵਨ ਦਾ, ਜਿਹੜਾ ਮੈਂ ਕਹਿੰਦਾ ਇਹ ਮੋਸਟ ਐਕਟਿਵ ਤੇ ਮੋਸਟ ਪ੍ਰੋਡਕਟਿਵ ਪੀਰੀਅਡ ਆਫ ਲਾਈਫ ਸੀ। ਉਹਨਾਂ ਨੇ 12 ਮਈ 1782 ਈਸਵੀ ਨੂੰ ਚੱਪੜਚਿੜੀ ਦੇ ਮੈਦਾਨ ਦੇ ਵਿੱਚ ਸਰਹੰਦ ਦੇ ਫੌਜਦਾਰ ਵਜ਼ੀਰ ਖਾਨ ਨੂੰ ਹਰਾ ਕੇ 14 ਮਈ 1782 ਈਸਵੀ ਨੂੰ ਸਰਹੰਦ ਉੱਤੇ ਕਬਜ਼ਾ ਕਰਕੇ ਖਾਲਸਾ ਰਾਜ ਦੀ ਸਥਾਪਨਾ ਕੀਤੀ। ਜਿਹੜੇ ਵਿਅਕਤੀ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸੰਗਤ ਮੰਨਣ ਦਾ ਬਹੁਤ ਘੱਟ ਸਮਾਂ ਮਿਲਿਆ ਤੇ ਬਾਅਦ ਵਿੱਚ ਬਹੁਤ ਥੋੜ੍ਹੇ ਅਰਸੇ ਦੇ ਵਿੱਚ ਇੱਕ ਵਿਸ਼ਵ ਸ਼ਕਤੀ ਹੈ ਜੋ ਮੁਗਲ ਸਾਮਰਾਜ ਉਸ ਸਮੇਂ ਦਾ, ਉਸ ਨੂੰ ਪੰਜਾਬ ਤੇ ਇਸ ਦੇ ਆਸੇ-ਪਾਸੇ ਦੇ ਇਲਾਕਿਆਂ ਦੇ ਵਿੱਚੋਂ ਬਿਲਕੁਲ ਤਹਿਸ-ਨਹਿਸ ਕਰਕੇ ਇੱਕ ਨਵਾਂ ਰਾਜਨੀਤਿਕ ਢਾਂਚਾ, ਐਡਮਿਨਿਸਟ੍ਰੇਟਿਵ ਵੀ, ਇੱਕ ਰਾਜਨੀਤਿਕ ਤੌਰ ਤੇ, ਸਮਾਜਿਕ ਤੌਰ ਤੇ ਔਰ ਧਾਰਮਿਕ ਤੌਰ ਤੇ ਇੱਕ ਐਸੇ ਕ੍ਰਾਂਤੀਕਾਰੀ ਯੁੱਗ ਦਾ ਆਰੰਭ ਕੀਤਾ ਜੋ ਸਾਡੇ ਸਭ ਦੇ ਲਈ ਬੜੇ ਮਾਣ ਵਾਲੀ ਤੇ ਬੜੇ ਫਖਰ ਵਾਲੀ ਗੱਲ ਹੈ। ਅੱਜ ਸਿੱਖ ਕੌਮ ਲੀਡਰਸ਼ਿਪ ਦੇ ਕ੍ਰਾਈਸਿਸ ਦੇ ਵਿੱਚੋਂ ਫਿਰ ਲੰਘ ਰਹੀ ਹੈ। ਸਾਡੇ ਜੋ ਧਾਰਮਿਕ ਤੇ ਰਿਲੀਜੀਅਸ ਤੇ ਪੋਲੀਟੀਕਲ ਲੀਡਰਸ਼ਿਪ ਹੈ, ਉਹਨਾਂ ਦੀ ਜਾਇਜ਼ ਕਰਾਰੀ ਲੈਜੀਟੀਮੇਸੀ ਹੈ ਲੀਡਰ ਰਹਿਣ ਦੇ ਵਜੋਂ, ਲੋਕ ਉਸ ਦੇ ਉੱਤੇ ਕੁਐਸਚਨ ਕਰ ਰਹੇ ਨੇ। ਇਹ ਮੌਕਾ ਹੈ 300 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹੋ ਜਿਹੇ ਸੈਮੀਨਾਰ ਸਾਨੂੰ ਮੌਕਾ ਪ੍ਰਦਾਨ ਕਰਦੇ ਨੇ ਕਿ ਸਾਡੀ ਲੀਡਰਸ਼ਿਪ ਔਰ ਸਾਡੇ ਨੌਜਵਾਨ ਬਾਬਾ ਬੰਦਾ ਸਿੰਘ ਬਹਾਦਰ ਦੀ ਲੀਡਰਸ਼ਿਪ ਤੋਂ ਕੀ ਸਬਕ ਸਿੱਖ ਸਕਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਬਾਰੇ
ਖੋਜ ਕਰਦਿਆਂ ਮੈਨੂੰ ਮਹਿਸੂਸ ਹੋਇਆ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਸੰਬੰਧੀ ਜਿਹੜੇ ਸਰੋਤ ਨੇ ਉਹ ਮੁਕੰਮਲ ਤੌਰ ਤੇ ਹਾਲੇ ਬਾਹਰ ਨਹੀਂ ਆਏ। ਪ੍ਰੋਫੈਸਰ ਗੰਡਾ ਸਿੰਘ ਨੇ 1964 ਦੇ ਵਿੱਚ ਇੱਕ ਕਿਤਾਬ ਲਿਖੀ ਸੀ, ਉਹ ਬਹੁਤ ਅੱਛੀ ਕਿਤਾਬ ਹੈ, ਪਰ 50 ਸਾਲ ਤੋਂ ਵੱਧ ਸਮਾਂ ਗੁਜ਼ਰਨ ਦੇ ਬਾਅਦ ਵੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਖਸੀਅਤ ਦੇ ਕੁਝ ਅਣਗੌਲੇ ਪੱਖਾਂ ਨੂੰ ਰਚਨਾਉਣ ਦੇ ਲਈ ਅਸੀਂ ਕੋਈ ਨਵਾਂ ਸੋਰਸ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ, ਨਾ ਹੀ ਇਤਿਹਾਸਕਾਰਾਂ ਨੇ ਤੇ ਨਾ ਹੀ ਸਾਡੇ ਜਿਹੜੀਆਂ ਵਿਦਿਅਕ ਸੰਸਥਾਵਾਂ ਨੇ ਉਹਨਾਂ ਨੇ ਇਸ ਦੇ ਵਿੱਚ ਕੋਈ ਹਮਲਾ ਮਾਰਿਆ। ਮੈਂ 1998 ਤੋਂ ਇਸ ਸੰਬੰਧ ਦੇ ਵਿੱਚ ਸਰਗਰਮ ਰਿਹਾ। 1998 ਤੋਂ ਬਾਅਦ ਜਿੰਨੀਆਂ ਕੁ ਲਾਇਬ੍ਰੇਰੀਜ਼ ਨੇ ਪ੍ਰਮੁੱਖ ਹਿੰਦੁਸਤਾਨ ਦੀਆਂ ਔਰ ਬ੍ਰਿਟਿਸ਼ ਲਾਇਬ੍ਰੇਰੀ ਲੰਡਨ, ਉਹਨਾਂ ਦੇ ਵਿੱਚ ਖੁਦ ਗਿਆ। ਉੱਥੇ ਫਾਰਸੀ ਦੇ ਜਿੰਨੇ ਵੀ ਸਰੋਤ ਨੇ ਉਹਨਾਂ ਨੂੰ ਫਰੋਲਿਆ, ਉਹਨਾਂ ਨੂੰ ਪ੍ਰਾਪਤ ਕੀਤਾ। ਪ੍ਰਾਪਤ ਕਰਨ ਤੋਂ ਬਾਅਦ ਉਹਨਾਂ ਦਾ ਪੰਜਾਬੀ ਵਿੱਚ ਤਰਜਮਾ ਵੀ ਕੀਤਾ ਤੇ ਫਾਰਸੀ ਨਾਲ ਰਿਲੇਟਡ ਹੁਣ ਸਾਡੇ ਪਾਸ 3 ਕਿਤਾਬਾਂ ਐਸੀਆਂ ਆ ਗਈਆਂ ਨੇ ਜਿਨ੍ਹਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਸੰਬੰਧੀ ਜਿਹੜੀਆਂ ਆਈ ਵਿਟਨੈਸ ਅਕਾਊਂਟਸ ਨੇ, ਉਹਨਾਂ ਵਿਅਕਤੀਆਂ ਦੁਆਰਾ ਦਿੱਤੇ ਗਏ ਬਿਆਨ ਜਾਂ ਵਿਵਰਣ ਸ਼ਾਮਲ ਨੇ ਜੋ ਬਾਬਾ ਬੰਦਾ ਸਿੰਘ ਬਹਾਦਰ ਮੁਗਲਾਂ ਦੀ ਸ਼ਾਹੀ ਸੈਨਾ ਦੇ ਵਿੱਚ ਜਰਨੈਲ ਸਨ, ਜਿਨ੍ਹਾਂ ਨੇ ਇਹਨਾਂ ਜੰਗਾਂ ਦੇ ਵਿੱਚ ਹਿੱਸਾ ਲਿਆ ਸੀ, ਜਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸਮੇਂ ਦਿੱਲੀ ਦੇ ਵਿੱਚ ਮੌਜੂਦ ਸਨ। ਇੱਕ ਕਿਤਾਬ ਇੱਥੇ ਕੈਨੇਡੀਅਨ ਸਿੱਖ ਸੁਸਾਇਟੀ ਨੇ ਰੱਖੀ ਹੈ, ਬਾਬਾ ਬੰਦਾ ਸਿੰਘ ਬਹਾਦਰ ਫਾਰਸੀ ਸਰੋਤ। ਇਹਦੇ ਵਿੱਚ 21 ਅਕਾਊਂਟਸ ਸ਼ਾਮਲ ਨੇ। ਇਹਨਾਂ 21 ਅਕਾਊਂਟਸ ਦੇ ਵਿੱਚੋਂ 19 ਅਕਾਊਂਟ ਐਸੇ ਨੇ ਜੋ ਆਈ ਵਿਟਨੈਸ ਅਕਾਊਂਟਸ ਨੇ, ਮੌਕੇ ਦੀ ਗਵਾਹੀ ਨੇ। ਇੱਕ ਅਕਾਊਂਟ ਬਾਅਦ ਵਿੱਚ ਛਾਪਿਆ ਮੈਂ, ਉਸ ਦਾ ਨਾਮ ਹੈ ਅਹਿਵਾਲ ਖਵਾਕੀਨ। ਅਹਿਵਾਲ ਖਵਾਕੀਨ ਮੈਨੂੰ ਉਸ ਵੇਲੇ 2011 ਦੇ ਤੱਕ ਮੈਨੂੰ ਮਿਲਿਆ ਨਹੀਂ ਸੀ। ਇਹ ਬ੍ਰਿਟਿਸ਼ ਲਾਇਬ੍ਰੇਰੀ ਲੰਡਨ ਦੇ ਵਿੱਚ ਪਈ ਹੈ। ਇਸ ਦਾ ਨਾਂ ਕੁਝ ਐਸਾ ਹੈ ਕਿ ਇਹਦੇ ਵੱਲ ਇਤਿਹਾਸਕਾਰਾਂ ਨੇ ਬਹੁਤਾ ਧਿਆਨ ਨਹੀਂ ਸੀ ਦਿੱਤਾ। ਇਸ ਨੂੰ ਜਦੋਂ ਫਰੋਲਿਆ ਗਿਆ ਤਾਂ ਇਹਦੇ ਵਿੱਚੋਂ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੋਈ। ਇਸ ਦੇ ਵਿੱਚੋਂ ਮੈਂ 2 ਪੈਰੇ ਤੁਹਾਡੇ ਲਈ ਪੜ੍ਹਾਂਗਾ, ਕਿਉਂਕਿ ਇਸ ਦਾ ਲਿਖਣ ਵਾਲਾ ਮੁਗਲਾਂ ਦੀ ਸ਼ਾਹੀ ਸੈਨਾ ਦਾ ਪੇ ਮਾਸਟਰ ਸੀ, ਜਰਨੈਲ ਸੀ, ਜੋ ਸੈਲਰੀ ਵੰਡਿਆ ਕਰਦਾ ਸੀ ਸਿਪਾਹੀਆਂ ਨੂੰ। ਉਸ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸਰਹਿੰਦ ਉੱਤੇ ਫਤਿਹ ਕਰਨ ਤੋਂ ਉਪਰੰਤ ਇੱਕ ਰਿਪੋਰਟ ਹੈ ਜਿਹੜੀ ਬੜੀ ਵਿਸਥਾਰ ਵਾਲੀ, ਉਹ ਬਾਦਸ਼ਾਹ ਦੇ ਵੱਲ ਭੇਜੀ, ਜਿਸ ਦੇ ਕੁਝ ਅੰਸ਼ ਮੈਂ ਤੁਹਾਨੂੰ ਇਸ ਕਿਤਾਬ ਹੈ ਛੋਟੀ ਜੀ ਅਹਿਵਾਲ ਖਵਾਕੀਨ, ਇਹਦੇ ਵਿੱਚੋਂ ਤੁਹਾਨੂੰ ਪੜ੍ਹ ਕੇ ਫਿਰ ਆਪਾਂ ਗੱਲ ਨੂੰ ਅੱਗੇ ਤੋਰਦੇ ਹਾਂ। ਉਹ ਲਿਖਦਾ ਹੈ, ਸਰਹੰਦ ਦਾ ਫੌਜਦਾਰ ਵਜ਼ੀਰ ਖਾਨ ਸਿੱਖਾਂ ਦਾ ਮੁਕਾਬਲਾ ਕਰਦਾ ਹੋਇਆ ਜੰਗ ਵਿੱਚ ਮਾਰਿਆ ਗਿਆ ਹੈ। ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਸਿੱਖਾਂ ਨੇ ਸਰਹੰਦ ਉੱਪਰ ਕਬਜ਼ਾ ਕਰਕੇ ਪਾਣੀਪਤ ਤੱਕ ਦਾ ਇਲਾਕਾ ਆਪਣੇ ਅਧੀਨ ਕਰਕੇ ਆਪਣੇ ਥਾਣੇਦਾਰ ਨਿਯੁਕਤ ਕਰ ਦਿੱਤੇ ਨੇ। ਐਡਮਿਨਿਸਟ੍ਰੇਟਿਵ ਸਿਸਟਮ ਜੋ ਮੁਗਲਾਂ ਦਾ ਸੀ ਮਤਲਬ ਬਦਲ ਦਿੱਤਾ ਹੈ। ਅਫਵਾਹਾਂ ਇਹ ਵੀ ਹਨ ਕਿ ਸਿੱਖ ਰਾਜਧਾਨੀ ਦਿੱਲੀ ਉੱਪਰ ਕਬਜ਼ਾ ਕਰਨ ਦਾ ਇਰਾਦਾ ਰੱਖਦੇ ਹਨ। ਸਿੱਖਾਂ ਦੇ ਥਾਣਿਆਂ ਵਿੱਚ ਬਿਠਾਏ ਘੋੜ ਸਵਾਰ ਸੈਨਿਕਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ। ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਇਕੱਠੀ ਹੋਈ ਸਿੱਖ ਸੈਨਾ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ। ਦਿੱਲੀ ਦੇ ਸੂਬੇਦਾਰ ਅਸਦ ਖਾਨ ਤੇ ਸਰਹਿੰਦ ਦੇ ਕਿਸੇ ਹੋਰ ਮੁਗਲ ਅਧਿਕਾਰੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਮੁਕਾਬਲਾ ਕਰਨ ਦੀ ਸ਼ਕਤੀ ਤੇ ਹਿੰਮਤ ਨਹੀਂ, ਮਤਲਬ ਕਿ ਦਹਿਸ਼ਤ ਵਿੱਚ ਨੇ ਸਾਰੇ ਦੇ ਸਾਰੇ ਮੁਗਲ ਫੌਜਦਾਰ ਤੇ ਸੂਬੇਦਾਰ। ਸਿੱਖਾਂ ਨੇ ਪੰਜਾਬ ਵਿੱਚ ਮੁਸਲਮਾਨ ਕੌਮ ਦਾ ਬੇਹੱਦ ਜਾਨੀ ਨੁਕਸਾਨ ਕੀਤਾ ਹੈ। ਇੱਥੋਂ ਤੱਕ ਕਿ ਕੋਈ ਸਰਦਾ ਪੁੱਜਦਾ ਮੁਸਲਮਾਨ ਪੰਜਾਬ ਵਿੱਚ ਬਾਕੀ ਨਹੀਂ ਰਿਹਾ। ਜ਼ਿਆਦਾ ਵੇਰਵਾ ਲਿਖਣਾ ਇਸਲਾਮ ਦੀ ਹੇਠੀ ਤੇ ਬਦਨਾਮੀ ਦਾ ਬੈਸ ਹੈ। ਮਤਲਬ ਕਿ
तारीख लिखना भी सिखां दीआं प्राप्तियां मुगल साम्राज के विरुद्ध मुगल इतिहासकारां नूं इस्लाम ते मुसलमानां दी हेठी दिसदा सी। उन्होंने इस करके भी कलम नहीं चलाई। अगली गल जिहड़ी इत्थे इहदे विच ध्यान देण योग है, जेकर बंदा सिंह बहादुर राजधानी दिल्ली उपर कब्जा करने के इरादे नाल चढ़ाई कर देवे तो अल्लाह ही बचा सकता है। ये अकाउंट एक आई विटनेस अकाउंट समकाली गवाही साढ़े पास पहुंची है। बाबा बंदा सिंह बहादुर के संबंध में असीं सारे जानते हैं, वो बड़ी अनोखी ते अद्भुत शख्सियत के मालक सन। सिख कौम ने बड़ा फखर है, प्राप्तियां बड़ियां महान ने, विरासत साडे लिए बड़ी गौरवशाली छड्ड के गए ने, पर फिर भी उन्होंने जीवन के कुछ पहलू हाले भी बुझारत बड़े हुए ने, क्योंकि कई ने उन्होंने करामातां ज्ञानी जिवें दसदे सन। साडे इतिहास की एक बदकिस्मती रही है, उन्होंने उसकी तूड़ ते गर्द के थले पिया है। गलतफहमियां ते भ्रांतियां भी हैं। इसका कारण मैं ये समझदा कि प्रोफैसर गंडा सिंह तो बाद किसी ने बाबा बंदा सिंह बहादुर दे उपर खोज नूं अगे वधाउण दा यतन नहीं किया। जो कुछ लिखा गया मैं उन्होंने जेकर पंजाबी च कह ला पीसे नूं पीसण दी एक यतन हुंदा जिहड़ा उहो जिहा यतन ही किया, रस्मी कार्रवाई की है। ते फारसी ते राजस्थानी दे कोई नवे स्रोत नहीं लभे। इत्थे तुहानूं मैं फारसी दे स्रोतां तो इलावा राजस्थानी दे जिहड़े डॉक्यूमेंट्स ने बाबा बंदा सिंह बहादुर दे नाल उन्हां दे कुछ अंश भी दिखावांगा ते अंत विच असीं राजस्थानी डॉक्यूमेंट्स ऑन बंदा सिंह बहादुर संबंधी जो मेरी लेटेस्ट पब्लिकेशन है उसनूं इत्थे रिलीज़ भी किया जाना है। बाबा बंदा सिंह बहादुर दे संबंध दे विच गलतफहमियां नूं जे लईए उन्हां दी शख्सियत दे संबंध दे विच कहा जाता है कि वो बड़ा जादूगर सी, बहरूपिया सी, और खास तौर पर फारसी के जिहड़े इतिहासकार ने जो मुगल दरबार के दरबारी सन उन्होंने बाबा बंदा सिंह बहादुर से यह दोषारोपण किया है कि उसने मुस्लिम धर्म स्थानों तहस नहस कर दिता है। सढौरे ते सरहंद के जिहड़ियां मुस्लिम या सूफी खानकाहां ने उन्होंने बर्बाद कर दिता है। मैं इन्हां थावां ते खुद गया, जेकर तुसीं सरहंद गए हो तो जिथे छोटे साहिबजादियां नूं नीहां विच चुराया गया सी ते उस दे नज़दीक ही शेख अहमद सरहंदी की खानका है। तुसीं उस देख सकते हो कि हाले भी उस तरह खड़ी है। इस तरह जो सढौरे दीआं खानकाहां की बर्बादी की गल की जाती है, मैं उसकी भी तुहानूं इत्थे तस्वीर दिखावांगा कि वो उस तरह शाह कमैश कादरी की जिहड़ी दरगाह है वो उस तरह मौजूद है। इतिहासकार और दोषारोपण करने वाले ये भुल जाते हैं क्योंकि बाबा बंदा सिंह बहादुर की सैना दे विच मुसलमान भी शामिल सन और कुछ मुसलमान सिंह भी सच गए सन। सो बाबा बंदा सिंह बहादुर उत्ते जिहड़ा कतलोगारत का लुटमार का जिहड़ा दोष है वो बिल्कुल नरमूल है, क्योंकि 14 मई 1710 की एक अखबारां ते दरबारी मुहल्ला दे विच एक खबर है जिस दे विच बाबा बंदा सिंह बहादुर कहते ने इंसान तक की किसी जानवर की भी हत्या ना की जाए। पर अफसोस साडे इतिहासकारां ने ते साडे ढाडियां ने एक इस तरह का विवरण पेश किया है कि सरहंद की इट दे नाल इट वजा दी कि बिल्कुल तहस नहस कर दिता गया। और बाबा बंदा सिंह बहादुर के मिशन गुरु गोबिंद सिंह द्वारा जो उन्होंने मिशन सौंपया गया सी उसनूं सिर्फ बदले की भावना के संबंध के विच ही पेश किया है कि उन्होंने बाबा बंदा सिंह बहादुर का मिशन सरहंद के फौजदार वजीर खान तो एक बदला लेना सी। सो जेकर असी बाबा बंदा सिंह बहादुर के मुकम्मल संघर्ष को देखिए
ਤੇ ਜੇਕਰ ਬਦਲਾ ਲੈਣਾ ਸੀ ਤਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਸਰਹੰਦ ਉੱਪਰ ਕਬਜ਼ਾ ਕਰਨ ਦੇ ਨਾਲ ਇਹ ਸਾਰਾ ਸੰਘਰਸ਼ ਸਮਾਪਤ ਹੋ ਜਾਣਾ ਸੀ, ਪਰ ਐਸਾ ਨਹੀਂ ਹੋਇਆ। ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਸੰਘਰਸ਼ ਜਾਰੀ ਰੱਖਿਆ। ਕਈ ਸਾਡੇ ਇਤਿਹਾਸਕਾਰ ਇਸ ਤਰ੍ਹਾਂ ਵੀ ਕਹਿ ਜਾਂਦੇ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਮੁਗਲਾਂ ਦਾ ਮਨਸਬਦਾਰ ਰਿਹਾ ਸੀ, ਕਿਉਂਕਿ ਮੁਗਲਾਂ ਵਿਰੁੱਧ ਇਸ ਤਰ੍ਹਾਂ ਦਾ ਸੈਨਿਕ ਤੌਰ ਤੇ ਸੰਘਰਸ਼ ਛੇੜਨਾ ਇੱਕ ਕਿਸੇ ਅਣਜਾਣ ਵਿਅਕਤੀ ਦਾ ਕੰਮ ਨਹੀਂ ਹੋ ਸਕਦਾ। ਪਰ ਉਹ ਫਿਰ ਭੁੱਲ ਜਾਂਦੇ ਨੇ ਕਿ ਮੁਗਲਾਂ ਦੇ ਜਿੰਨੇ ਵੀ ਮਨਸਬਦਾਰ ਹੋਏ ਨੇ ਉਹਨਾਂ ਦੇ ਸਾਰੇ ਅਕਾਊਂਟਸ ਮੁਗਲਾਂ ਦਾ ਜਿਹੜਾ ਇਤਿਹਾਸਕਾਰ ਹੈ ਉਹ ਕਿੰਨੇ ਹਜ਼ਾਰੀ ਮਨਸਬਦਾਰ ਸੀ, ਕਿਹੜੇ ਥਾਂ ਦਾ ਸੀ, ਉਹ ਸਾਰੇ ਦੇ ਸਾਰੇ ਮਿਲਦੇ ਨੇ। ਪਰ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਇਸ ਤਰ੍ਹਾਂ ਦਾ ਕੋਈ ਮਨਸਬਦਾਰ ਹੋਣ ਦਾ ਕੋਈ ਮੁਗਲਾਂ ਦਾ ਕੋਈ ਰਿਕਾਰਡ ਨਹੀਂ। ਜਿਸ ਤਰ੍ਹਾਂ ਇੱਥੇ ਗਿਆਨੀ ਜੀ ਕਹਿ ਰਹੇ ਸਨ ਕਿ ਬਹੁਤ ਸਾਰੇ ਲੋਕ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਰਾਮਾਤੀ ਸਮਝਦੇ, ਕਰਾਮਾਤਾਂ ਨਾਲ ਜੋੜਿਆ ਗਿਆ ਇਤਿਹਾਸ, ਕਿ ਦੇਖੋ ਇਹ ਕਿਹੋ ਜਿਹਾ ਵਿਅਕਤੀ ਹੈ ਜਿਸ ਨੇ ਮੁਗਲ ਸਾਮਰਾਜ ਦੀ ਸੈਨਾ ਨੂੰ ਵੰਗਾਰਿਆ ਹੈ, ਕਿਉਂਕਿ ਮੁਗਲ ਸਾਮਰਾਜ ਉਸ ਵੇਲੇ ਦੀ ਵਿਸ਼ਵ ਸ਼ਕਤੀ ਸੀ, ਇੰਪ੍ਰੈਗਨੇਬਲ, ਉਸ ਮਤਲਬ ਅਭੇਦ ਸੀ ਉਸ ਦੀ ਸ਼ਕਤੀ, ਉਸ ਨੂੰ ਕੋਈ ਚੈਲੰਜ ਕੀ ਕਰਨਾ, ਉਸ ਨੂੰ ਹਰਾਉਣਾ ਮੁਮਕਿਨ ਨਹੀਂ ਸੀ ਉਸ ਵੇਲੇ। ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਹਿੰਮਤ, ਦਲੇਰੀ, ਸਾਹਸ ਤੇ ਲੋਕਾਂ ਦੇ ਸਹਿਯੋਗ ਦੇ ਨਾਲ, ਸਮਰਥਨ ਦੇ ਨਾਲ ਇੱਕ ਐਸਾ ਮਾਹੌਲ ਪੈਦਾ ਕੀਤਾ, ਲਹਿਰ ਪੈਦਾ ਕੀਤੀ, ਲੋਕਾਂ ਨੂੰ ਲਾਮਬੰਦ ਕੀਤਾ, ਆਮ ਲੋਕਾਂ ਨੂੰ ਲਾਮਬੰਦ ਕੀਤਾ। ਮੈਂ ਕਹਿਣਾ ਕਿ ਜਿਸ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜੋ ਜੰਗ ਦੇ ਵਿੱਚ ਸ਼ਾਮਲ ਹੋਏ ਲੋਕ, ਉਹ ਪੇਸ਼ਾਵਰ ਕਿਸਮ ਦੇ ਨੀਚ ਜਾਤਾਂ ਤੋਂ ਵੀ ਲੋਕ ਸਨ, ਕਿਸਾਨੀ ਦੇ ਨਾਲ ਸੰਬੰਧਿਤ ਵੀ ਲੋਕ ਸਨ। ਸੋ ਆਮ ਲੋਕਾਂ ਨੇ ਇਸ ਸੰਘਰਸ਼ ਦੇ ਵਿੱਚ, ਇਸ ਕ੍ਰਾਂਤੀ ਦੇ ਵਿੱਚ ਹਿੱਸਾ ਲਿਆ ਸੀ। ਸੋ ਕਿ ਕੋਈ ਉਹਨੂੰ ਹਿੰਦੂ ਅਵਤਾਰ ਕਹਿੰਦਾ ਸੀ, ਕੋਈ ਉਹਨੂੰ ਨਿਹਕਲੰਕੀ ਅਵਤਾਰ ਕਹਿੰਦਾ ਸੀ, ਕੋਈ ਕਹਿੰਦਾ ਸੀ ਇਹ ਸ਼ਸਤਰ ਬੰਨ੍ਹ ਦਿੰਦਾ ਹੈ, ਦਰਿਆਵਾਂ ਦਾ ਪਾਣੀ ਇਸ ਨੂੰ ਰਸਤਾ ਦੇ ਦਿੰਦਾ ਹੈ, ਉੱਡ ਸਕਦਾ ਹੈ, ਭੇਸ ਬਦਲ ਸਕਦਾ ਹੈ, ਸ਼ਕਲ ਬਦਲ ਕੇ ਕਿਧਰੇ ਵੀ ਜਾ ਸਕਦਾ ਹੈ। ਕੋਈ ਉਸ ਨੂੰ ਕਹਿੰਦਾ ਸੀ ਇਹ ਗੈਰ ਤੋਂ ਉਤਰਿਆ ਹੋਇਆ ਸੈਯਦ ਹੈ, ਮਤਲਬ ਦੇਵੀ ਪੁਰਸ਼ ਹੈ। ਪਰ ਇੱਕ ਗੱਲ ਜਿਹੜੀ ਸਾਡੇ ਸਾਹਮਣੇ ਹੈ ਕਿ ਉਸਨੇ ਜੋ ਕਾਰਜ ਕੀਤੇ, ਜੋ ਕਾਰਨਾਮੇ ਕੀਤੇ, ਆਪਣੀ ਹਿੰਮਤ ਤੇ ਬਹਾਦਰੀ ਔਰ ਆਮ ਲੋਕਾਂ ਦੀ, ਸਿੰਘਾਂ ਦੀ ਸਹਾਇਤਾ ਦੇ ਨਾਲ, ਸਮਰਥਨ ਦੇ ਨਾਲ ਇਹ ਸਾਰਾ ਕੁਝ ਕੀਤਾ। ਖਾਸ ਤੌਰ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਅਕਸ ਹੈ ਜਿਹੜਾ ਇੱਕ ਸਿੱਖ ਦੇ ਤੌਰ ਤੇ ਇਹ ਬਹੁਤ ਵਿਗਾੜਿਆ ਗਿਆ। ਇਸ ਦੇ ਵਿੱਚ ਆਰੀਆ ਸਮਾਜੀ ਇਤਿਹਾਸਕਾਰਾਂ ਦਾ ਵੀ ਯੋਗਦਾਨ ਹੈ। ਕੁਝ ਸਾਡੇ ਵੀ ਇਤਿਹਾਸਕਾਰ ਨੇ ਜੋ ਕਈ ਵਾਰੀ ਕਿੰਤੂ ਕਰਦੇ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਅੰਮ੍ਰਿਤਧਾਰੀ ਸਿੰਘ ਨਹੀਂ ਸੀ। ਔਰ ਉਸ ਤੋਂ ਇਲਾਵਾ ਕੁਝ ਹੋਰ ਦੋਸ਼ਾਰੋਪਣ ਵੀ ਕੀਤਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਉਸ ਨੂੰ ਹਦਾਇਤਾਂ ਦਿੱਤੀਆਂ ਸਨ, ਉਸ ਨੇ ਉਸ ਦਾ ਉਲੰਘਣ ਕੀਤਾ। ਸ਼ਾਦੀ ਕਰ ਲਈ ਸੀ, ਗ੍ਰਸਤ ਧਾਰਨ ਕਰ ਲਿਆ ਸੀ, ਗੁਰਿਆਈ ਧਾਰਨ ਕਰ ਲਈ ਸੀ, ਉਸਨੇ ਆਪਣੀ ਵੱਖਰੀ ਸੰਪਰਦਾਇ ਬਣਾ ਲਈ ਸੀ, ਵੱਖਰੀ ਮਰਿਆਦਾ ਤੋੜ ਦਿੱਤੀ ਸੀ। ਇਸ ਤਰ੍ਹਾਂ ਦੇ ਉਸ ਦੇ ਉੱਤੇ ਦੋਸ਼ਾਰੋਪਣ ਕੀਤੇ ਗਏ ਨੇ। ਜੇਕਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਅਸੀਂ ਸਮਝਣਾ ਹੈ ਤਾਂ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਜੋ ਮੁਲਾਕਾਤ ਹੈ ਉਸ ਦੇ ਸੰਬੰਧ ਦੇ ਵਿੱਚ ਜੋ ਵੇਰਵੇ ਸਾਡੇ ਪਾਸ ਪਹੁੰਚੇ ਨੇ ਛਣ ਕੇ, ਉਹਨਾਂ ਨੂੰ ਜੇਕਰ ਅਸੀਂ ਬਰੀਕੀ ਦੇ ਨਾਲ ਦੇਖੀਏ ਤਾਂ ਉਸ ਦਾ ਸਿੰਘ ਦੇ ਤੌਰ ਤੇ ਅਕਸ ਬਿਲਕੁਲ ਸਪਸ਼ਟ ਹੋ ਜਾਂਦਾ ਹੈ। ਕੇਸਰ ਸਿੰਘ ਛਿੱਬਰ ਨਾਂ ਦਾ ਇਤਿਹਾਸਕਾਰ, ਉਸਨੇ ਗੁਰੂ ਗੋਬਿੰਦ ਸਿੰਘ ਦੇ ਨਾਲ ਮੁਲਾਕਾਤ ਦਾ ਜੋ ਵਿਵਰਣ ਪੇਸ਼ ਕੀਤਾ ਹੈ, ਮੈਂ ਉਹ ਤੁਹਾਡੇ ਸਾਹਮਣੇ ਰੱਖਦਾ। ਕੀ ਹੈ ਉਹ ਲਿਖਦਾ ਹੈ, ਪਕੜਾ ਹਾਥ ਜਦੋਂ ਗੁਰੂ ਗੋਬਿੰਦ ਸਿੰਘ ਦੀ ਸ਼ਰਨ ਵਿੱਚ ਆਇਆ, ਪਕੜਾ ਹਾਥ ਉਸਦਾ ਸਾਹਿਬ ਆਪਣੇ ਪਾਸ ਬੈਠਾਇਆ, ਸੋ ਪਾਸ ਨਾ ਬੈਠਾ, ਤਿੰਨ ਤਲੇ ਆਸਣ ਲਾਇਆ। ਤਲੇ ਨੀਚੇ ਹੁੰਦਾ ਹੈ, ਨੀਵੇਂ ਸਥਾਨ ਤੇ, ਉਦੋਂ ਨੀਵਾਂ ਹੋ ਕੇ ਬੈਠਾ। ਪਾਸ ਨਾ ਬੈਠਾ, ਤਿੰਨ ਤਲੇ ਆਸਣ ਲਾਇਆ, ਸਾਹਿਬ ਪਾਸੋਂ ਆਦਮੀ ਕਰ ਦਿੱਤੇ ਦੂਰ, ਦੋਹਾਂ ਗੱਲਾਂ ਕੀਤੀਆਂ ਆਪਸ ਵਿੱਚ ਬੈਠ ਕੇ ਮਸ਼ਕੂਰ, ਆਖਰ ਉੱਠ ਕੇ ਸਾਧੂ ਚਰਨੀ ਟੱਠਿਆ, ਪਹੁਲ ਗੁਰੂ ਕੀ ਛਕ ਕੇ ਬਣਿਆ ਸਿੰਘ ਹਠੀਆ। ਸੋ ਸਾਡੇ 18ਵੀਂ ਸਦੀ ਦੇ ਜਿਹੜੇ ਇਤਿਹਾਸਕਾਰ ਨੇ ਉਹ ਖੁਦ ਮੰਨਦੇ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਅੰਮ੍ਰਿਤਧਾਰੀ ਸਿੰਘ ਸੀ।
ਇਸੇ ਹੀ ਤਰ੍ਹਾਂ ਸਾਡਾ 18ਵੀਂ ਸਦੀ ਦਾ ਇਤਿਹਾਸਕਾਰ, 18ਵੀਂ ਸਦੀ ਦੇ ਇਤਿਹਾਸ ਨੂੰ ਕਲਮਬੰਦ ਕਰਨ ਵਾਲਾ ਰਤਨ ਸਿੰਘ ਭੰਗੂ, ਜੋ ਸਰਦਾਰ ਮਹਿਤਾਬ ਸਿੰਘ ਮੀਰਾਂ ਕੋਟੀਆ ਦਾ ਪੋਤਰਾ ਤੇ ਕਰੋੜ ਸੰਘਿਆ ਮਿਸਲ ਦੇ ਸਰਦਾਰ ਸ਼ਾਮ ਸਿੰਘ ਦਾ ਦੋਤਰਾ ਸੀ। ਉਸ ਨੇ ਸੀਨਾ ਬਾ ਸੀਨਾ, ਉਸ ਦੇ ਖਾਨਦਾਨ ਦੇ ਵਿੱਚ ਜੋ ਰਵਾਇਤ ਚੱਲੀ ਆ ਰਹੀ ਸੀ, ਉਸ ਨੂੰ ਸ੍ਰੀ ਗੁਰੂ ਪੰਥ ਪ੍ਰਕਾਸ਼ ਦੇ ਨਾਂ ਹੇਠ ਲਿਖਿਆ। ਉਸ ਨੇ ਗੁਰੂ ਸਾਹਿਬ ਦੇ ਨਾਲ ਜੋ ਮੁਲਾਕਾਤ ਹੋਈ ਉਸ ਦੇ ਸੰਬੰਧ ਵਿੱਚ ਸਪਸ਼ਟ ਕੀਤਾ ਹੈ। ਕੀ ਕੀਤਾ ਹੈ? ਗੁਰੂ ਸਾਹਿਬ ਨੇ ਉਹ ਦੱਸਦਾ ਹੈ ਕਿ ਉਸ ਨੂੰ ਸਮਝਾਇਆ ਕਿ ਸੰਤਾਂ ਧਾਰਮਿਕ ਪੁਰਸ਼ਾਂ ਨਾਲ ਠੱਠਾ ਮਖੌਲ ਕਰਨਾ ਇਹ ਧਰਮੀ ਪੁਰਸ਼ਾਂ ਦਾ ਕੰਮ ਨਹੀਂ। ਔਰ ਜਦ ਉਸਨੇ ਆਪਣੀ ਗਲਤੀ ਸਵੀਕਾਰ ਕੀਤੀ ਤੇ ਉਸਨੇ ਖਾਲਸਾ ਦਲ ਵਿੱਚ ਸ਼ਾਮਲ ਹੋਣ ਦੀ ਇੱਛਾ ਜ਼ਾਹਰ ਕੀਤੀ ਤਾਂ ਗੁਰੂ ਸਾਹਿਬ ਨੇ ਉਸ ਨੂੰ ਸਿੱਖ ਦੀਆਂ ਖੂਬੀਆਂ ਦੇ ਬਾਰੇ ਉਪਦੇਸ਼ ਦਿੱਤਾ, ਸਬਕ ਦਿੱਤਾ ਵੀ ਸਿੱਖ ਕਿਸ ਤਰ੍ਹਾਂ ਬਣੀਦਾ ਹੈ। ਅਖੀਰ ਜਦੋਂ ਉਸਨੇ ਸਿੱਖਿਆ ਲੈ ਲਈ ਤਾਂ ਉਸਨੇ ਕੀ ਬੋਲਦਾ ਹੈ? ਤਬ ਉਹਨੂੰ ਕਹਿਓ ਮੈਂ ਬੰਦਾ ਤੋਰਾ, ਮੈਂ ਤੋਹੇ ਸਿੱਖ ਗੁਰੂ ਤੂੰ ਮੋਰਾ, ਮੈਂ ਤੇਰਾ ਸਿੱਖ ਹਾਂ। ਫੇਰ ਕੀ ਹੋਇਆ? ਜੋ ਆਖੀ ਸਤਿਗੁਰੂ ਸੋ ਨ ਲੀਨੀ ਮਾਨ, ਧਰਿਓ ਸੋ ਬੰਦਾ ਨਾਮ ਤਿਨ ਕਰ ਲਿਓ ਪ੍ਰਮਾਨ। ਗੁਰੂ ਸਾਹਿਬ ਨੇ ਉਸ ਦਾ ਨਾਮ ਬੰਦਾ ਰੱਖ ਦਿੱਤਾ। ਸੋ ਕਈ ਵਾਰੀ ਸਾਡੇ ਇਤਿਹਾਸ ਦੇ ਵਿੱਚ ਇਹ ਜ਼ਿਕਰ ਵੀ ਆਉਂਦਾ ਹੈ, ਕੁਝ ਸਰੋਤਾਂ ਦੇ ਵਿੱਚ ਭਾਈ ਕਾਹਨ ਸਿੰਘ ਨਾਭਾ ਦੇ ਮਕਾਲਕ ਨੇ ਲਿਖਿਆ ਕਿ ਉਹਦਾ ਨਾਮ ਗੁਰਬਖਸ਼ ਸਿੰਘ ਸੀ। ਪਰ ਸਾਡੇ ਪਾਸ ਰਤਨ ਸਿੰਘ ਭੰਗੂ ਤੋਂ ਇਲਾਵਾ ਫਾਰਸੀ ਦੇ ਤੇ ਰਾਜਸਥਾਨੀ ਦੇ ਜਿਹੜੇ ਆਈ ਵਿਟਨੈਸ ਅਕਾਊਂਟ ਨੇ ਉਹ ਦੱਸਦੇ ਨੇ ਕਿ ਉਸ ਦਾ ਨਾਮ ਬੰਦਾ ਸਿੰਘ ਸੀ। ਸੋ ਗੁਰੂ ਸਾਹਿਬ ਨੇ ਜਦੋਂ ਉਸ ਨੂੰ ਖਾਲਸਾ ਦਲ ਵਿੱਚ ਸ਼ਾਮਲ ਕਰ ਲਿਆ, ਕੌਲ ਦੇ ਕੇ ਉਸ ਨੂੰ ਫਿਰ ਉਪਦੇਸ਼ ਦਿੱਤਾ ਕਿ ਕਿਵੇਂ ਕੀ ਕਰਨਾ ਹੈ। ਉਸ ਨੂੰ ਉਪਦੇਸ਼ ਦਿੱਤਾ ਗਿਆ, ਹਮਨੇ ਖਾਲਸਾ ਤੂੰ ਵੀ ਰਲਾਇਆ, ਤੈਨੂੰ ਖਾਲਸਾ ਦਲ ਦੇ ਵਿੱਚ ਸ਼ਾਮਲ ਕਰ ਲਿਆ, ਤੈਂ ਵੀ ਖਾਲਸੇ ਵੰਡਾ ਪਾਇਆ, ਤੇਰਾ ਕੋਈ ਵੱਖਰੀ ਚੀਜ਼ ਨਹੀਂ, ਤੇਰਾ ਵੀ ਹਿੱਸਾ ਖਾਲਸੇ ਦੇ ਵਿੱਚ ਕਲੈਕਟਿਵ ਲੀਡਰਸ਼ਿਪ ਜਿਹੜੀ ਹੈ ਉਹ ਹੈ। ਪੰਜ ਸਿੰਘ ਲੈ ਕੇ ਤੂੰ ਸਾਥ ਕਰ ਅਰਦਾਸ ਪੂਰੀ ਹੋਈ ਬਾਤ। ਜੋ ਕਾਰਜ ਕਰਨੇ ਨੇ ਪੰਜ ਸਿੰਘਾਂ ਦੀ ਕੌਂਸਲ ਦੇ ਰਾਹੀਂ ਕਰਨੇ ਨੇ, ਉਸ ਤੋਂ ਬਾਅਦ ਅਰਦਾਸ ਕਰਨੀ ਹੈ, ਵਾਹਿਗੁਰੂ ਫਤਿਹ ਬਖਸ਼ੇਗਾ। ਸੋ ਬਾਬਾ ਬੰਦਾ ਸਿੰਘ ਬਹਾਦਰ ਦੇ ਸੰਬੰਧ ਵਿੱਚ ਰਤਨ ਸਿੰਘ ਭੰਗੂ ਲਿਖਦਾ ਹੈ ਕਿ ਜਦੋਂ ਨੰਦੇੜ ਤੋਂ ਚੱਲਿਆ, ਰਸਤੇ ਦੇ ਵਿੱਚ ਜਿੱਥੇ ਵੀ ਮੁਕਾਮ ਕਰਦੇ ਸਨ ਉਹ ਪਾਠ ਵੀ ਗੁਰਬਾਣੀ ਦਾ ਪਾਠ ਵੀ ਕਰਦੇ ਸਨ, ਦੀਵਾਨ ਵੀ ਸਜਾਉਂਦੇ ਸਨ ਤੇ ਅਖੀਰ 'ਚ ਵਾਹਿਗੁਰੂ ਜੀ ਕੀ ਫਤਿਹ ਦਾ ਜੈਕਾਰਾ ਵੀ ਗੁਜਾਉਂਦੇ ਸਨ। ਮੈਂ ਤੁਹਾਡੇ ਧਿਆਨ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਖਾਲਸਾ ਹੋਣ ਸੰਬੰਧੀ ਕੋਈ ਸ਼ੱਕ ਦੀ ਗੁੰਜਾਇਸ਼ ਬਾਕੀ ਨਾ ਰਹੇ, ਕੁਝ ਕੁ ਸਬੂਤ ਪੇਸ਼ ਕਰਨੇ ਚਾਹੁੰਦਾ। ਸਬੂਤ ਇਹ ਨੇ ਕਿ ਉਸ ਨੇ 11 ਦਸੰਬਰ 1711 ਈਸਵੀ ਨੂੰ ਇੱਕ ਹੁਕਮਨਾਮਾ ਜੌਨਪੁਰ ਦੀ ਸੰਗਤ ਨੂੰ ਸੰਬੋਧਿਤ ਕਰਕੇ ਲਿਖਿਆ, ਜਿਸ ਦੇ ਵਿੱਚ ਉਸਨੇ ਲਿਖਿਆ ਹੈ, ਮੈਂ ਦਿਖਾਵਾਂਗਾ ਹੁਕਮਨਾਮਾ ਵੀ ਤੁਹਾਨੂੰ। ਇਹ ਹੁਕਮਨਾਮਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸੋਨੀਪਤ ਔਰ ਰੋਹਤਕ ਦੇ ਵਿਚਕਾਰ ਖਰਖੋਦਾ ਇੱਕ ਜਗ੍ਹਾ ਹੈ, ਉਸ ਦੇ ਨਜ਼ਦੀਕ ਦੋ ਪਿੰਡ ਨੇ ਸੇਰੀ ਤੇ ਖੰਡਾ ਦੀਆਂ ਜੂਹਾਂ ਦੇ ਵਿੱਚ ਬੈਠ ਕੇ ਬੇਸ ਕੈਂਪ ਲਾਇਆ ਤਾਂ ਉੱਥੋਂ ਜੋ ਸਿੱਖਾਂ ਨੂੰ ਚਿੱਠੀਆਂ ਭੇਜੀਆਂ ਗਈਆਂ ਜਾਂ ਹੁਕਮਨਾਮੇ ਭੇਜੇ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ, ਉਹਨਾਂ ਵਿੱਚ ਇਹ ਹੁਕਮਨਾਮਾ ਭਾਈ ਰੂਪੇ ਦੀ ਸੰਗਤ ਨੂੰ ਸੰਬੋਧਿਤ ਹੈ, ਇਸ ਸਰਬੱਤ ਖਾਲਸੇ ਨੂੰ ਸੰਬੋਧਿਤ ਹੈ। ਤੁਸੀਂ ਦੇਖ ਸਕਦੇ ਹੋ ਇਸ ਦੀ ਤੀਸਰੀ ਲਾਈਨ ਦੇ ਵਿੱਚ ਜਿਹੜਾ ਆਇਆ। ਸੋ ਉਸ ਤੋਂ ਇਲਾਵਾ ਜਿਹੜਾ ਅਗਲੀ ਗੱਲ ਹੈ, ਇਹ ਹੁਕਮਨਾਮਾ ਹੈ ਜਿਹੜਾ ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਸਥਾਪਿਤ ਕਰਕੇ ਜਾਰੀ ਕੀਤਾ ਸੀ। ਇਸ ਦੀਆਂ ਦੋ ਖੂਬੀਆਂ ਬਹੁਤ ਜ਼ਿਆਦਾ ਨੇ, ਤਿੰਨ ਨੇ ਅਸਲ ਵਿੱਚ। ਇੱਕ ਤਾਂ ਇਹਦੇ 'ਚ ਖਾਲਸਾ ਰਾਜ ਦਾ ਪਹਿਲਾ ਸੰਮਤ, ਜਿਹੜਾ ਅਸੀਂ ਕਹਿੰਦੇ ਹਾਂ ਸੰਨੇ ਜਲੂਸ, ਕੋਈ ਬਾਦਸ਼ਾਹ ਨਵਾਂ ਕੈਲੰਡਰ ਜਾਰੀ ਕਰਦਾ ਹੈ। ਜਦੋਂ ਖਾਲਸਾ ਰਾਜ ਸਥਾਪਿਤ ਹੋਇਆ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲ ਬਾਦਸ਼ਾਹਾਂ ਦੀ ਤਰ੍ਹਾਂ ਸੰਨੇ ਜਲੂਸ ਜਿਹੜਾ ਖਾਲਸਾ ਰਾਜ ਦਾ ਪਹਿਲਾ ਸੰਮਤ ਇਹਦੇ ਤੇ ਲਿਖਿਆ। ਉਸ ਤੋਂ ਇਲਾਵਾ ਦੋ ਗੱਲਾਂ ਇਹਦੇ 'ਚ ਹੋਰ ਜ਼ਰੂਰੀ ਨੇ ਸਮਝਣੀਆਂ। ਉਹ ਕਹਿੰਦਾ ਹੈ ਕਿ ਅਸਾਂ ਸਤਯੁਗ ਵਰਤਾਇਆ, ਮਤਲਬ ਕਿ ਜਿਹੜੀ ਅਸੀਂ ਰਾਜ ਵਿਵਸਥਾ ਕਾਇਮ ਕੀਤੀ ਹੈ, ਇੱਥੇ ਸਤਯੁਗ ਵਰਗੀਆਂ ਹਾਲਾਤ
पैदा किए ने, व्यवस्था कायम की है। इस करके मैं कहना ये एक धार्मिक तौर पर, समाजिक तौर पर, राजनीतिक तौर पर एक क्रांति सी। और उस तो इलावा ये जी अगली गल आती है वो संगत को संबोधित करके लिखता है खालसे की रहत रहना, खालसे की रहत रहना। सो जिस जो व्यक्ति आप खालसा नहीं, उस तो यह तवक्को करनी कि वो होरनां नूं खालसा की रहत रखण का उपदेश देगा, मुमकिन नहीं। सो बाबा बंदा सिंह बहादुर के संबंध में दस्तूर अल इंशा नाम की किताब है जो यार मुहम्मद कलंदर ने लिखी है। तो वो लिखता है कि किस तरह बाबा बंदा सिंह बहादुर के संपर्क में आके कुछ मुसलमान सिंह सज गए हैं, जिमें सरहंद का खबर नवीस नसीरुद्दीन खां नसीरुद्दीन सिंह बन गया, और रोहेल खान का एक सरदार दीनदार सिंह बन गया। सो गुलाम मुहीउद्दीन अपनी रचना के लिखता है फतूहाते नामा सबदी दे विच कि बाबा बंदा सिंह बहादुर के संपर्क में आके जो मुसलमान सिंह सजे सन, बाबा बंदा सिंह बहादुर उन्होंने सिंह के पद के नाल ही संबोधित करया करता सी। सो बाबा बंदा सिंह बहादुर की गुरु पंथ प्रति, सिख गुरु साहबान प्रति जिहड़ी सिदक है, यकीन है, उस दे उत्ते कोई किंतु नहीं कर सकता, क्योंकि उन्होंने जो सिक्का जारी किया वो अपने नाम के थले जारी नहीं किया, बल्कि सिख गुरु साहबान के नाम से जारी किया। सिक्के के उत्ते वार सी सिक्का जद बर हर दो आलम, ये दो जहाना दे विच सिक्का मारिया है। इस करके तेगे नानक वाह व्यास गुरु नानक द्वारा बख्शी गई तेग दे नाल फतेह गोबिंद सिंह शाहे शाहां फजरे सच्चा साहिबास, ये गुरु गोबिंद सिंह जी महाराज की बख्शिश के नाल फतेह प्राप्त हुई है। सिख राज के सरकारी कागजां दे उत्ते जो मोहर लाई जाती सी उसकी इबारत सी देगो तेगो फतेह नुसरत बेदरंग याफत अज नानक गुरु गोबिंद सिंह। ये सारी बरकत है जो गुरु नानक और गुरु गोबिंद सिंह महाराज को प्राप्त हुई है। सो बाबा बंदा सिंह बहादुर एक इस तरह का लीडर सी जिसने सिख राज स्थापित भी किया, पर उसने इसका सेहरा अपने सिर नहीं बन्या। उसने इसको अपनी प्राप्ति निजी प्राप्ति नहीं किया, बल्कि गुरु नानक गुरु गोबिंद सिंह जी महाराज की एक बख्शिश समझा। वो अंतले साहां तक सिंह रहा, सिर तो नहीं डोलिया। सो इस करके जो लोग ये कहते हैं कि वो सिंह नहीं सी, उसने वक्री मर्यादा कायम कर ली सी, वो गुरु बन गया सी, वो ये सारे जिहड़ियां ऊंझां ने, ये दोष ने, ये बिल्कुल बेबुनियाद ने। मैं बाबा बंदा सिंह बहादुर नाल संबंधित तुहानूं जिक्र करता जा रहा सां कि मैं हर एक थां दे जिथे बाबा बंदा सिंह बहादुर दे जीवन नाल जो संबंधित है, नांदेड़ तो लैके रियासी तक खुद गया, और उस तो इलावा बाबा बंदा सिंह बहादुर नाल संबंधित जिहड़े जंग के मैदान ने, बेशक सोनीपत है, कैथल है, समाणा है, शाहबाद है, सडौरा है, राहों है, गुरदास नंगल है, सरहंद, इन्हां थावां ते मैं खुद गया। मैं तुहानूं इत्थे कुछ बाबा बंदा सिंह बहादुर नूं गुरु गोबिंद सिंह जी महाराज द्वारा जो नगारा दिता गया सी 5 सिंघां दे नाल तो इलावा बाबा बंदा सिंह बहादुर नूं गुरु गोबिंद सिंह जी ने कुछ बख्शिशां कीतियां सन। वो बख्शिशां हाले भी साडे पास किसी ना किसी रूप दे विच संभालियां होईयां ने, भावें कि कुछ दी हालत कोई इन्नी चंगी नहीं। ए जो नगारा है बाबा बंदा सिंह बहादुर जी नूं बख्शिया गया सी, ये हाले भी बुढ़ा दल पास संभालिया होया है। 5 तीर जो गुरु गोबिंद सिंह जी महाराज ने अपने पत्थे दे विचों दिते सन, उन्हां दे विचों एक तीर है जो अज भी ये पिया मौजूद ने। ए गुरु गोबिंद सिंह जी, ये बाबा बंदा सिंह बहादुर दी एक श्री साहिब है जो जींद दे विच साडे एक गुरुद्वारे दे विच संभाली हुई है। ए तुसीं देखो, उस वेले दे सिख राज, पहला सिख राज स्थापित करने वाला साडा सिख जरनैल, उसका शाही चोला जो संभाल दे कोलों किस हालत में आ गया। सो बाबा बंदा सिंह बहादुर दी कुछ निशानियां हाले भी सिख विरासत
ਦੇ ਤੌਰ ਤੇ ਸੰਭਾਲੀਆਂ ਹੋਈਆਂ ਨੇ, ਭਾਵੇਂ ਕਿ ਇਹਨਾਂ ਦੀ ਕੁਝ ਦੀ ਸੰਭਾਲ। ਬਾਬਾ ਬੰਦਾ ਸਿੰਘ ਬਹਾਦਰ ਦੀ ਪਰਸਨੈਲਿਟੀ ਜਾਂ ਸ਼ਖਸੀਅਤ ਦੇ ਸੰਬੰਧ ਦੇ ਵਿੱਚ ਗੱਲ ਕਰੀਏ ਤਾਂ ਬਾਬਾ ਬੰਦਾ ਸਿੰਘ ਬਹਾਦਰ ਮੁਗਲ ਹਾਕਮ ਸ਼੍ਰੇਣੀ ਜੋ ਭ੍ਰਸ਼ਟ ਅਤਿਆਚਾਰੀ ਸੀ ਉਸ ਦਾ ਵਿਰੋਧੀ ਸੀ, ਨਾ ਕਿ ਮੁਸਲਮਾਨਾਂ ਦਾ ਜਾਂ ਇਸਲਾਮ ਦਾ। ਬਾਬਾ ਬੰਦਾ ਸਿੰਘ ਬਹਾਦਰ ਦੇ ਸੰਬੰਧੀ ਕੇਸਰ ਸਿੰਘ ਸ਼ਿਬਰ ਲਿਖਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਸਿੱਖਾਂ ਨੂੰ ਜੋ ਐਡਮਿਨਿਸਟ੍ਰੇਟਰ ਨਿਯੁਕਤ ਕੀਤੇ ਗਏ ਸਨ ਥਾਂ ਥਾਂ ਤੇ, ਉਹਨਾਂ ਨੂੰ ਉਦੇਸ਼ ਸੀ ਕਿ ਪਾਪ ਤਜੋ, ਪਾਪ ਨਹੀਂ ਕਰਨਾ, ਧਰਮ ਚਾਲ ਰਾਜ ਕਰੋ, ਧਰਮ ਦੀਆਂ ਕਦਰਾਂ ਕੀਮਤਾਂ ਦੇ ਮੁਤਾਬਕ ਰਾਜ ਕਰਨਾ ਹੈ, ਗਰੀਬ ਦੀ ਰੱਖਿਆ ਕਰੋ ਤੇ ਗਰੀਬ ਨਤਾਣੇ ਦੀ ਰੱਖਿਆ ਕਰਨੀ ਹੈ। ਬਾਬਾ ਬੰਦਾ ਸਿੰਘ ਬਹਾਦਰ ਦੇ ਸੰਬੰਧ ਦੇ ਵਿੱਚ ਰਤਨ ਸਿੰਘ ਭੰਗੂ ਲਿਖਦਾ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਵਿਵਸਥਾ ਇੱਕ ਨਵਾਂ ਬਦਲ ਸਥਾਪਿਤ ਕਰ ਦਿੱਤਾ ਸੀ ਤੇ ਸਿੱਖ ਸ਼ਾਸਨ ਸੰਬੰਧ ਕਰਕੇ ਸਥਾਪਿਤ ਕਰਕੇ ਆਦੇਸ਼ ਦਿੱਤੇ ਸਨ, ਨਗਾਰੇ ਦੀ ਚੋਟ ਦੇ ਨਾਲ ਹੋਕਾ ਦਵਾਇਆ ਜਾਂਦਾ ਸੀ। ਉਹ ਹੋਕਾ ਕੀ ਹੈ ਉਹ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ। ਨਿਤ ਨਕੀਬ ਬੁਲਾਏ ਸੋ, ਨਕੀਬ ਹੁੰਦਾ ਹੈ ਹੋਕਾ ਦੇਣ ਵਾਲਾ, ਉੱਚੀ ਆਵਾਜ਼, ਇਤ ਬਿਦ ਹੋਕਾ ਦਵਾਏ, ਇਉਂ ਹੋਕਾ ਦਵਾਇਆ ਜਾਂਦਾ ਸੀ। ਇਤਨੇ ਕਰੋ ਨਾ ਕੰਮ ਤੁਮ ਸੋ ਮੈਂ ਦਿਓ ਬਤਾਏ, ਇਹ ਕੰਮ ਨਹੀਂ ਕਰਨੇ ਜਿਹੜੇ ਮੈਂ ਦੱਸ ਰਿਹਾ। ਕਿਹੜੇ ਕੰਮ? ਇਸਤਰੀ ਤਨ ਜੋ ਗਹਿਣਾ ਹੋਈ ਤਾਂ ਕੋ ਹੱਥ ਨਾ ਲਾਓ ਕੋਈ, ਕਿਸੇ ਔਰਤ ਦੀ ਜਵੈਲਰੀ ਨੂੰ ਟੱਚ ਨਹੀਂ ਜੇ ਕਰਨਾ। ਪੁਰਸ਼ ਪੋਸ਼ਾਕ ਔਰ ਸਿਰ ਕੀ ਪਾਗ ਤਿੰਨ ਵੀ ਕੋਈ ਹੱਥ ਨਾ ਲਾਗ, ਕਿਸੇ ਵਿਅਕਤੀ ਦੀ ਨੂੰ ਨਿਰਵਸਤਰ ਨਹੀਂ ਕਰਨਾ। ਆਮ ਤੌਰ ਤੇ ਜਿਹੜੀ ਜ਼ਾਲਮਾਨਾ ਫੌਜ ਜਾਂ ਹਮਲਾਵਰ ਫੌਜ ਹੁੰਦੀ ਹੈ, ਨਹੱਥਿਆਂ ਦੇ ਉੱਤੇ ਬੜੇ ਜ਼ੁਲਮ ਢਾਉਂਦੀ ਹੈ, ਪਰ ਬਾਬਾ ਬੰਦਾ ਸਿੰਘ ਬਹਾਦਰ ਦਾ ਇਹ ਹੁਕਮ ਹੈ ਕਿ ਕਿਸੇ ਇਸਤਰੀ ਦੀ ਜਵੈਲਰੀ ਨੂੰ ਹੱਥ ਨਹੀਂ ਲਾਉਣਾ ਔਰ ਕਿਸੇ ਵਿਅਕਤੀ ਨੂੰ ਨਿਰਵਸਤਰ ਨਹੀਂ ਕਰਨਾ, ਜਿਸ ਤਰ੍ਹਾਂ ਕਿ ਆਮ ਤੌਰ ਤੇ ਵਿਰੋਧੀ ਸੈਨਾ ਬੇਇੱਜ਼ਤ ਕਰਨ ਲਈ ਕਰਿਆ ਕਰਦੀ ਹੈ, ਤੇ ਨਾ ਹੀ ਕਿਸੇ ਦੀ ਪੱਗ ਲਾਉਣੀ ਹੈ। ਸੋ ਬਾਬਾ ਬੰਦਾ ਸਿੰਘ ਬਹਾਦਰ ਦੇ ਸੰਬੰਧ ਵਿੱਚ ਇਹ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਨੂੰ ਹੁਕਮ ਕੀਤਾ ਸੀ ਕਿ ਤੂੰ ਜਦ ਪੰਜਾਬ ਵੱਲ ਜਾਣਾ ਹੈ ਤਾਂ ਕਿਸ ਤਰ੍ਹਾਂ ਕਰਨਾ ਹੈ। ਗੁਰੂ ਸਾਹਿਬ ਕਹਿੰਦੇ ਸੀ ਕਿ ਜੋ ਸਿੱਖ ਤੁਮ ਆ ਮਿਲੇ ਤਿੰਨ ਤੂੰ ਲਈ ਮਿਲਾਏ, ਆਦਰ ਦੈ ਪਹੰਤ ਪਲ ਆਗੇ ਦਿਓ ਚੜਾਏ, ਸਾਰਿਆਂ ਨੂੰ ਬੜਾ ਸਤਿਕਾਰ ਦੇਣਾ। ਇਹ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਇੱਕ ਸਟ੍ਰੈਟਜੀ ਆਮ ਲੋਕਾਂ ਦਾ ਸਮਰਥਨ ਕਿਵੇਂ ਗ੍ਰਹਿਣ ਕਰਨਾ ਹੈ। ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਸੰਬੰਧ ਦੇ ਵਿੱਚ ਇਹ ਸਾਡੇ ਪਾਸ ਪੁੱਛਦੀ ਹੈ ਕਿ ਜਦੋਂ ਉਹਨਾਂ ਨੇ ਆ ਕੇ ਆਪਣਾ ਬੇਸ ਕੈਂਪ ਸੇਰੀ ਤੇ ਖੰਡਾ ਦੇ ਵਿੱਚ ਸਥਾਪਿਤ ਕੀਤਾ ਤੇ ਉਹਨਾਂ ਦੇ ਸੰਬੰਧ ਦੇ ਵਿੱਚ ਆਮ ਸਮਰਥਨ ਲੈਣ ਦੇ ਲਈ ਕੋਈ ਜ਼ਬਰਦਸਤੀ ਨਹੀਂ ਕੀਤੀ ਲੋਕਾਂ ਤੋਂ, ਜਿਸ ਤਰ੍ਹਾਂ ਕਿ ਇੱਕ ਸ਼ਾਹੀ ਮੁਗਲਾਂ ਦੀ ਸ਼ਾਹੀ ਸੈਨਾ ਜਿੱਥੋਂ ਦੀ ਲੰਘਦੀ ਹੁੰਦੀ ਸੀ ਉਹ ਲੋਕਾਂ ਤੋਂ ਬੇਗਾਰ ਲਿਆ ਕਰਦੀ ਸੀ, ਇਨਫੋਰਸਡ ਲੇਬਰ। ਜੋ ਘਾਹ ਪੱਠਾ ਜਾਂ ਰਾਸ਼ਨ ਚਾਹੀਦਾ ਹੈ ਉਹ ਜ਼ਬਰਦਸਤੀ ਖੋਹ ਲਿਆ ਜਾਂਦਾ ਸੀ, ਪਰ ਬਾਬਾ ਬੰਦਾ ਸਿੰਘ ਬਹਾਦਰ ਐਸਾ ਨਹੀਂ ਸੀ ਕਰਦਾ। ਜੋ ਉਹ ਲਿਖਦੇ ਨੇ ਕਿ ਜੇ ਕੋਈ ਦੀਵੇ 'ਚ ਤੇਲ ਪਾਉਣ ਵਾਲਾ ਤੇਲੀ ਸੀ ਉਸ ਨੂੰ ਵੀ ਇਸ ਦਾ ਪੈਸਾ ਦਿੱਤਾ ਜਾਂਦਾ ਸੀ, ਜੋ ਬਾਲਣ ਲਈ ਲੱਕੜਾਂ ਲੈ ਕੇ ਆਉਂਦਾ ਸੀ ਉਸ ਨੂੰ ਵੀ ਦਿੱਤਾ ਜਾਂਦਾ ਸੀ, ਜੇ ਕੋਈ ਘੁਮਿਆਰ ਕੋਈ ਠੂਠੀ ਕੋਈ ਹੋਰ ਭਾਂਡਾ ਲਿਆਉਂਦਾ ਸੀ ਉਸ ਨੂੰ ਵੀ ਉਸਦੇ ਪੈਸੇ ਦਿੱਤੇ ਜਾਂਦੇ ਸਨ। ਉਹ ਕਹਿੰਦੇ ਨੇ ਕਿ ਖਾਲੀ ਕਿਸੇ ਸੋ ਨਹੀਂ ਛੱਡੇ, ਮੋਰ ਸੁਦੈ ਫੜਾਏ, ਜੋ ਆਵੇ ਸਜੂਦ ਹੋਏ ਤੇ ਜੰਗ ਲੈ ਤੇ ਸੰਗ ਲੈ ਮਿਲਾਏ। ਜੋ ਰਾਸ਼ਨ ਦਿੰਦੇ ਸਨ ਉਹਨਾਂ ਨੂੰ ਪੈਸੇ ਦੇ ਦਿੰਦਾ ਸੀ, ਤੇ ਜਿਹੜੇ ਹਥਿਆਰਬੰਦ ਹੋ ਕੇ ਆਉਂਦੇ ਸਨ ਉਹਨਾਂ ਨੂੰ ਆਪਣੇ ਨਾਲ ਲਾ ਲੈਂਦਾ ਸੀ। ਫਿਰ ਬਾਬਾ ਬੰਦਾ ਸਿੰਘ ਬਹਾਦਰ ਦਾ ਇਹ ਸੰਦੇਸ਼ ਸੀ। ਉਹ ਕਹਿੰਦੇ ਨੇ ਰਤਨ ਸਿੰਘ ਭੰਗੂ, ਲੋਕ ਚਫੇਰੇ ਬੰਦੇ ਕੱਲੇ ਆਏ ਕਰੋ ਹਮਸੋ ਸਭ ਗੱਲੇ, ਸਾਡੇ ਨਾਲ ਗੱਲਬਾਤ ਕਰੋ, ਦੁੱਧ ਦਹੀਂ ਕਿਰਤ ਹਮ ਲੈ ਮਿਲੇ, ਤੁਸੀਂ ਦੁੱਧ ਦਹੀਂ ਹੋਰ ਜਿਹੜਾ ਘਿਓ ਹੈ ਜਾਂ ਰਾਸ਼ਨ ਹੈ ਇਹ ਲੈ ਆਓ ਸਿਰਫ, ਔਰ ਨਾ ਮੰਗੋ, ਹੋਰ ਕੁਝ ਨਹੀਂ ਤੁਹਾਨੂੰ ਚਾਹੀਦਾ, ਜੋ ਹਮ ਸੰਗ ਮਿਲੇ, ਹੋਰ ਜੋ ਜਿਹੜਾ ਸਾਡੇ ਨਾਲ ਆ ਕੇ ਮਿਲੇਗਾ ਉਹਨਾਂ ਤੋਂ ਹੋਰ ਕੁਝ ਨਹੀਂ ਚਾਹੀਦਾ। ਸੋ ਬਾਬਾ ਬੰਦਾ ਸਿੰਘ ਬਹਾਦਰ ਦੀ ਇੱਕ ਅੱਛੇ ਸੈਨਿਕ ਨੇਤਾ ਦੇ ਵਜੋਂ ਜੋ ਸਟ੍ਰੈਟਜੀ ਸੀ ਉਹ ਸਥਾਨਕ ਲੋਕਾਂ ਦਾ ਸਮਰਥਨ ਸਹਾਇਤਾ ਗ੍ਰਹਿਣ ਕਰਨਾ, ਜਿਸ ਦੇ ਬਗੈਰ ਤੁਸੀਂ ਕਹਿ ਸਕਦੇ ਹੋ ਕੋਈ ਵੀ ਜਰਨੈਲ ਕਾਮਯਾਬ ਨਹੀਂ ਹੋ ਸਕਦਾ। ਸੋ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਇੱਕ ਗਰੀਬਾਂ ਦੇ ਤੌਰ ਤੇ ਰੱਖਿਅਕ ਦੇ ਤੌਰ ਤੇ ਜਿਹੜੀ ਇੱਕ ਖੂਬੀ ਹੈ ਕਿ ਰਾਜ ਕਿਸ ਤਰ੍ਹਾਂ ਸਥਾਪਿਤ ਕਰੀਦਾ ਤੇ ਰਾਜ ਦੀਆਂ ਖੂਬੀਆਂ ਕੀ ਨੇ, ਮੈਂ ਜਿਸ ਤਰ੍ਹਾਂ ਪਹਿਲਾਂ ਤੁਹਾਨੂੰ ਦੱਸਿਆ ਹਾਂ ਕਿ ਉਹ ਲਿਖਦੇ ਨੇ ਕਿ ਅਸਾਂ ਸਤਿਯੁਗ ਵਰਤਾਇਆ, ਸਤਿਯੁਗ ਵਰਗੇ ਹਾਲਾਤ ਪੈਦਾ ਕੀਤੇ ਨੇ।
वो हालात किस तरह पैदा किए। फारसी के इतिहासकार लिखते हैं कि बाबा बंदा सिंह बहादुर पास जो जो हिंदुस्तान में नीच तो नीच जात के कोई लोग भी जेकर उसके पास उसके दल में शामिल हो जाते सन, तो जब बाबा बंदा सिंह बहादुर उन्होंने उस इलाके के उत्ते हुकूमत करने का दस्तूर मतलब परवाना दे दिंदा सी, तो जब वो अपने पिंड की जूह के नेड़े पहुँचता सी तो बहुत सारे वड्डे वड्डे खानदानी लोग उसका स्वागत करने लिए उसके अगे हाथ जोड़ के खड़े हो जाते सन। ये सी परिवर्तन समाजिक तौर पर, क्योंकि दलितां नूं भी उसने भाईवाल बनाया अपनी राज सत्ता दे विच। ये गुरु गोबिंद सिंह जी महाराज का आदेश तुसीं आम सुनते हो, इन गरीब सिखन को दूं पातशाही याद रखें हमरी गुरियाई। ये बाबा बंदा सिंह बहादुर ने कर विखाया कि किस तरह गरीबां नूं ते आम लोगों नूं भी राज सत्ता दे विच भाईवाल बनाईदा है। ये बाबा बंदा सिंह बहादुर ने कर विखाया। बाबा बंदा सिंह बहादुर ने हलवाकां नूं भूमि के मालक बनाया। ये हिंदुस्तान दे विच पहली दफा होया, क्योंकि हिंदुस्तान दे विच भूमि लगान या भूमि का जिहड़ा प्रबंध है वो जगीरदारां दे राहीं कीता जांदा सी। बाबा बंदा सिंह बहादुर ने भूमि के अधिकार, उन्हां दे मालकी दे हक हलवाकां नूं दित्ते। हलवाकां नूं हक देण तो इलावा उन्होंने जो लगान सी, जो रेवन्यू सी, मुगल राज दे रेवन्यू तो बहुत घट लिया, मतलब घटा दिता। मुगल हुकूमत उसका 50% उपजा लिया करते सी, पर बाबा बंदा सिंह बहादुर ने 1/3 3rd पोर्शन ऑफ द प्रोडक्ट वो लिया। सो बाबा बंदा सिंह बहादुर ने ना सिर्फ गरीबां की रक्षा की, बल्कि उन्होंने इस दे विच भाईवाल बनाया और लोगों को मालकी के अधिकार भी दिते। अछूतां नूं सरदारियां दित्तियां, जिन्होंने कह सकते हैं। फारसी के इतिहासकार लिखते हैं कि बाबा बंदा सिंह बहादुर के संबंध दे खालसा दल विच जो नीच जातां दे लोग शामिल हो जाते हैं, सारे दे सारे वड्डी तो वड्डी शान उच्ची कदर वाला सिख सरदार ते नीच तो नीच जात दा एक सिख इक्को थाली दे विचों भोजन छकदे ने, उन्हां दे विच कोई वितकरा नहीं कीता जांदा। सो बाबा बंदा सिंह बहादुर की जिहड़ी ये खासियत है, ये आम तौर पर इतिहासकारां दे सामने बहुत घट आउंदी है। उसदियां निजी खूबियां के संबंध दे विच इतिहासकारां ने बड़ा सडौरे दी जिहड़ी शाह कमैश कादरी दी दरगाह है, उसका इस वेले दा शहजादा नशीन है। यह बाबा बंदा सिंह बहादुर के संबंध में जिहड़ा कहा जाता है कि दरगाह तहस नहस कर दी थी, सो हाले भी मौजूद है। सो बाबा बंदा सिंह बहादुर की जिहड़ी राजनीति सी, राज करन दी पॉलिटी का जो खासा सी, वो उसके बारे मैं तो दस चुका कि किस तरह वो गरीबां दा ते आम लोगों का रक्षक सी। बहुत ही चुस्त ते फुर्तीला सी। असरारे समझी कहती है वो बहुत ही खूबसूरत सी। पर एक गल जिहड़ी एक सैनिक दृष्टि तो एक जरनैल के संबंध में है समझी जा सकती है कि वो बहुत ही दमखम वाला, बहुत ही स्टैमिने वाला व्यक्ति सी। भुख ते नींद नूं बर्दाश्त करन दी उस दे विच अथाह शक्ति सी। और लीडरशिप जिहड़ी दियां क्वालिटीज़ ने जिहड़ियां होंदियां लोकां नूं प्रेरण की समर्था एक किसी लीडर दे विच होनी चाहिए है, जिहड़ी वो बाबा बंदा सिंह बहादुर दे विच भी सी। बाबा बंदा सिंह बहादुर की खास तौर पर उसका मिलिटरी जीनियस है, जिहड़ा सैनिक परतवा है, जिहड़ी वो हाले तक बहुत ही इतिहासकारां दी कलम के थले नहीं आई। बाबा बंदा सिंह बहादुर दे जे तुसीं जंगां नूं पढ़ो तो तुहानूं उस दे विचों बहुत सारा ऐसा कुछ मिलेगा कि बाबा बंदा सिंह बहादुर ने कुछ ऐसी रणनीति या जंगी कला या जंगी पैंतड़े इस तरह के अपनाए जो बाद में 18वीं सदी के सिखां की पहचान भी बने जंगी कला की। सो बाबा बंदा सिंह बहादुर ये कोई शक नहीं, बहादरी उसका खासा सी, उसकी शख्सियत का। पर जंग उत्ते उतारू उदों हुंदा सी जदों उसनूं सफलता का यकीन हुंदा सी। जंग उत्ते उतारू जदों मुकम्मल तौर पर उसनूं यकीन हो गया कि उसके पास इस वेले समर्था है, उदों हमला किया जाता सी। हमला अचानक हुंदा सी, सरप्राइज। तुसीं सारे जानते हो कि ये सैनिक
दृष्टि तो हरेक जिहड़ा फौजी जरनैल है उसकी सफलता का राज सरप्राइज होया करता है। सो बाबा बंदा सिंह बहादुर दियां जेकर तुसीं जंगां नूं देखो तो उसने इसे ही ढंग नाल बहुत सारे थावीं सरप्राइज दे नाल हमला किया। जदों समाणे उत्ते हमला किया गया 10 को दूर बैठा सी डेरा लाई, पर सवेर तड़कसार हमला किया गया। समाणे दे सैयद अपने आप को बहुत सूरमे समझते सन। समाणे दे आसे पासे किलेनुमा दीवार सी, पक्कियां हवेलियां सन, वो भी गढ़ी वर्गियां सन, पर बाबा बंदा सिंह बहादुर ने ऐसी तेज रफ्तार दे नाल गजब की शक्ति दे नाल हमला किया कि जो आसे पासे दीवार सी उसके दरवाजे बंद करने का मौका ही नहीं दिता, ते सारे का सारा तहस नहस समाना कर पलों दे विच कर दिता। सो बाबा बंदा सिंह बहादुर नूं दे संबंध दे विच देखोगे कि उसनूं घेरे नूं चीर के लंघण दी, दुश्मन के घेरे नूं तोड़न दी एक बहुत बड़ी कला सी। बाबा बंदा सिंह बहादुर नूं 3-4 दफा घेरे पे ने, सडौरे लोहगढ़ दे विच भी, सियालकोट के नेड़े भी, और उस तो बाद गुरदास नंगल भी। जेकर तुसीं देखो ये 2-3 घेरे इस तरह के ने जिन्होंने चीर के बिल्कुल साफ बाहर निकल गया सी। सो एक तुस दे के जोर दे नाल बाहर निकल जाना, ये एक बाबा बंदा सिंह बहादुर के संबंधी असीं कह सकते हैं कि उसके जिहड़े साथी सन उन्हां दे विच एक इस तरह की कला सी। ते बाबा बंदा सिंह बहादुर नूं जदों मुगल सेना ने गुरदास नंगल दे विच घेरा पाया होया सी ते ओह ये हमेशा इस डर दे विच सहकते रहंदे सन कि बाबा बंदा सिंह बहादुर के साथी किते इको बार जोर का हमला बोल के किते इस नूं बाहर ही कढ के ना लै जाण। सो बाबा बंदा सिंह बहादुर ने जदों लोहगढ़ स्थापित किया, जिथे जो पहला मुखलिसपुर के नाम के नाल जानिया जाता सी, उत्थे जेकर तुसीं जाओ तो तुहानूं मालूम होएगा कि इसनूं सर करना, इसनूं फतेह करना कोई इन्ना आसान नहीं। खाफी खान लिखता है कि जेकर 60,000 मुगल सैनिक भी इसनूं घेरा पा लैण तो इसनूं फतेह करना कोई आसान गल नहीं। इत्थों ही नहीं, वो लिखते ने फारसी के इतिहासकार कि इसनूं फतेह करने के लिए वड्डियां तोपां ढलवाइयां गईयां। उस तो इलावा किले उत्ते चढ़न के लिए बांस दियां 700 टंबियां वालियां पौड़ियां भी बनवाइयां गईयां। तुसीं ला सकते हो अंदाजा कि किस तरह उसने एक स्ट्रैटेजिकली लोकेटेड प्लेस नूं चुनिया सी अपनी डिफेंस लाइन के तौर पर। सिर्फ यही नहीं, सडौरे तो लैके लोहगढ़ तक का फासला है जो वो लगभग 15 किलोमीटर 10-15 किलोमीटर का है। इस दे दौरान ये सारे इतिहासकार लिखते हैं कि उन्होंने उसने 52 मोर्चे कायम किए सन। इन्हां 52 मोर्चों की लोकेशन इस तरह की सी कि उन्होंने एक दूजे के नाल संपर्क दे विच सन, एक दूजे नूं कोक भी पहुँचाई, रीइनफोर्समेंट भी पहुँचाई जा सकती सी, ते उत्थों जे लोड़ पैण ते रिट्रीट भी किया जा सकता सी। वो इस तरह के सन। सो बाबा बंदा सिंह बहादुर ने लड़ाई लड़दियां मुगलों के नाल नवे जंगी पैंतड़े जिहड़े प्रयोग दे विच लिआंदे, मैं उन्हां वल तुहाडा ध्यान दिवाउणा चाहुंदा। बाबा बंदा सिंह बहादुर की जिहड़ी युद्ध कला है वो गहकच लड़ाई ते गरीला वारफेयर दोनों का मिक्सचर है। दोनों के मिक्सचर दे विच जिहड़ी आम तौर पर साडे पिंडां दे लोग आख दिंदे ने ते लड़ाई दे तां 2.5 फट होया करते हैं। आम तौर पर 2.5 फट वो किस तरह ने 2.5 फट की लड़ाई, हमला करना, अपने आप को बचाना ते वापस मुड़ जाना। ये सिखां की जंगी कला का पैंतड़ा सी। 2.5 फट उत्थे मर मुक जाना नूं ओ एक अच्छी जंगी कला नहीं सन समझते। अपने आप को बचा के वापस ले जाना एक जंगी पैंतड़ा सी 2.5 फट का। इसे 2.5 फट दे विचों बाबा बंदा सिंह बहादुर ने एक जिहड़ी होर एक स्ट्रैटजी अजकल भी जिसनूं फौजां वरतियां ने उसनूं है हॉर्स शू फॉर्मेशन। विरोधी सेना के उत्ते हमला किया, अचानक गजब की शक्ति नाल नुकसान किया, जल्दी नाल वापस रिट्रीट किया। हुण उसका पीछा करने के लिए विरोधी सेना उन्होंने पिछे दौड़ती सी, उसनूं दौड़ा के 5-6 कोस दूर लै जाया करता सी ते उस तो बाद जो वापस उही टुकड़ी सिंघां दी 2 टोटियां दे विच हो के उसनूं आके पिछों दी घेर के उसनूं मार मुका दिंदी सी। ये अजकल भी ये जिहड़ी स्ट्रैटजी है आम तौर पर फौजां वरतियां ने। बाबा बंदा सिंह बहादुर
ਦੀ ਜਿਹੜੀ ਜੰਗੀ ਕਲਾ ਦਾ ਜਿਹੜੀ ਹੋਰ ਖੂਬਸੂਰਤੀ ਹੈ ਕਿ ਥੀਏਟਰ ਆਫ ਵਾਰਫੇਅਰ ਨੂੰ ਬੜੀ ਚੁਸਤੀ ਤੇ ਚਲਾਕੀ ਦੇ ਨਾਲ, ਹੁਸ਼ਿਆਰੀ ਦੇ ਨਾਲ ਬਦਲ ਦੇਣਾ ਇੱਕ ਥਾਂ ਤੋਂ ਦੂਜੇ ਥਾਂ ਦੇ ਵਿੱਚ, ਇਹ ਕਿਸੇ ਦੇ ਧਿਆਨ ਵਿੱਚ ਨਹੀਂ ਆਇਆ। ਜਦੋਂ ਸਡੌਰੇ ਦੇ ਵਿੱਚ ਲੋਹਗੜ੍ਹ ਨੂੰ ਘੇਰਿਆ ਗਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਨਾਨ ਦੀਆਂ ਪਹਾੜਾਂ ਵਿੱਚ ਅਲੋਪ ਹੋ ਗਿਆ। ਬਾਦਸ਼ਾਹ 3 ਮਹੀਨਿਆਂ ਦੇ ਲਈ ਉੱਥੇ ਇੰਤਜ਼ਾਰ ਕਰਦਾ ਰਿਹਾ ਕਿ ਸ਼ਾਹੀ ਫੌਜਾਂ ਤੇ ਪਹਾੜੀ ਰਾਜਾਂ ਦੇ ਲੋਕ ਬਾਬਾ ਬੰਦਾ ਸਿੰਘ ਬਹਾਦਰ ਨੂੰ ਫੜ ਕੇ ਲੈ ਆਉਣਗੇ ਤੇ ਉਹ ਜੋ ਪਿੰਜਰਾ ਬਣਾਈ ਫਿਰਦਾ ਸੀ ਨਾਲ ਕਿ ਮੈਂ ਇਸ ਦੇ ਵਿੱਚ ਕੈਦ ਕਰਕੇ ਉਸ ਨੂੰ ਲੈ ਆਵਾਂਗਾ, ਉਸ ਦੇ ਵਿੱਚ ਡੱਕਣ ਦੇ ਲਈ ਉੱਥੇ ਉਡੀਕਦਾ ਰਿਹਾ। ਪਰ ਬਾਬਾ ਬੰਦਾ ਸਿੰਘ ਬਹਾਦਰ ਦਸੰਬਰ ਦੇ ਮਹੀਨੇ ਪਹਿਲੇ ਹਫ਼ਤੇ ਵਿੱਚ ਉਹ ਲੋਹਗੜ੍ਹ ਖਾਲੀ ਕਰਕੇ ਨਾਨ ਦੇ ਪਹਾੜਾਂ ਵਿੱਚ ਗਾਇਬ ਹੋ ਗਿਆ। ਬਾਦਸ਼ਾਹ ਉੱਥੇ ਹੀ ਬੈਠਾ ਇਸ ਦੌਰੇ, ਪਰ ਬਾਬਾ ਬੰਦਾ ਸਿੰਘ ਫਰਵਰੀ ਦੇ ਮਹੀਨੇ ਬਟਾਲਾ ਕਲਾਨੌਰ ਦੇ ਪਾਸੇ ਆ ਪ੍ਰਗਟ ਹੋਇਆ ਤੇ ਉੱਥੇ ਆ ਕੇ ਤਰਤਸਲੀ ਮਚਾ ਦਿੱਤੀ 2-3 ਮਹੀਨਿਆਂ ਦੇ ਵਿੱਚ ਹੀ। ਔਰ ਮੁਗਲ ਹਕੂਮਤ ਨੂੰ ਇਹ ਹੱਥਾਂ ਪੈਰਾਂ ਦੀ ਪੈ ਗਈ ਕਿ ਸਿੱਖ ਕਦੇ ਲਾਹੌਰ ਦੇ ਉੱਤੇ ਕਬਜ਼ਾ ਹੀ ਨਾ ਕਰ ਲੈਣ। ਵਾਹੋ ਦਾਹੀ ਬਹਾਦਰ ਸ਼ਾਹ ਨੂੰ ਸਡੌਰੇ ਤੋਂ ਲਾਹੌਰ ਵੱਲ ਕੂਚ ਕਰਨਾ ਪਿਆ। ਜਦੋਂ ਬਾਦਸ਼ਾਹ ਬਹਾਦਰ ਸ਼ਾਹ ਅਜੇ ਫਰਵਰੀ ਦੇ ਵਿੱਚ 1712 ਦੇ ਵਿੱਚ ਹਾਲੇ ਲਾਹੌਰ ਦੇ ਵਿੱਚ ਹੀ ਸੀ ਤੇ ਆਮ ਤੌਰ ਤੇ ਸਾਡੇ ਇਤਿਹਾਸਕਾਰ ਇਹ ਕਹਿੰਦੇ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਜੰਮੂ ਜਾ ਕੇ ਉੱਥੇ ਅਲੋਪ ਬੈਠਾ ਰਿਹਾ ਕਈ ਮਹੀਨਿਆਂ ਦੇ ਲਈ। ਨਹੀਂ, ਐਸਾ ਨਹੀਂ। ਬਾਬਾ ਬੰਦਾ ਸਿੰਘ ਬਹਾਦਰ ਬਹੁਤ ਜਲਦੀ ਸਡੌਰੇ ਫਿਰ ਜਾ ਪ੍ਰਗਟ ਹੋਇਆ ਤੇ ਮੁੜ ਕੇ ਫਿਰ ਉਸ ਲੋਹਗੜ੍ਹ ਦੇ ਉੱਤੇ ਕਾਬਜ ਹੋ ਗਿਆ। ਸੋ ਬਾਬਾ ਬੰਦਾ ਸਿੰਘ ਬਹਾਦਰ ਦੀ ਇੱਕ ਖੂਬਸੂਰਤੀ ਇਹ ਹੈ ਕਿ ਉਸ ਦੀ ਜੰਗੀ ਕਲਾ ਦੀ ਕਿ ਉਹ ਥੀਏਟਰ ਆਫ ਵਾਰਫੇਅਰ ਨੂੰ ਤਬਦੀਲ ਕਰਨ ਦੇ ਵਿੱਚ ਬਹੁਤ ਮਾਹਰ ਸੀ ਤੇ ਮੁਗਲ ਹਕੂਮਤ ਨੂੰ ਇਹ ਸਮਝ ਨਹੀਂ ਸੀ ਆਉਂਦੀ ਕਿ ਉਸ ਦੇ ਨਾਲ ਕਿਸ ਤਰ੍ਹਾਂ ਨਜਿੱਠਿਆ ਜਾਵੇ। ਬਾਬਾ ਬੰਦਾ ਸਿੰਘ ਬਹਾਦਰ ਨੇ ਬੜੇ ਨਵੇਂ ਜੰਗੀ ਪੈਂਤੜੇ ਦੇ ਨਾਲ ਜੋ ਪ੍ਰਯੋਗ ਵਿੱਚ ਲਿਆਂਦੇ, ਉਹਨਾਂ ਵਿੱਚ ਇੱਕ ਮੋਰ ਚਾਲ ਹੈ। ਮੋਰ ਚਾਲ ਕੀ ਲੱਕੜ ਦੇ ਗੱਡੇ ਜਿਹੜੇ ਹੋਇਆ ਕਰਦੇ ਨੇ ਆਪਣੇ, ਇਹਨਾਂ ਦੇ ਉੱਤੇ ਸ਼ਤੀਰ ਦੇ ਨਾਲ ਆਸੇ-ਪਾਸੇ ਕਵਰ ਕਰਕੇ ਇਹਨਾਂ ਦੇ ਵਿੱਚ ਬੰਦੂਕਚੀ ਤੇ ਤੀਰਅੰਦਾਜ਼ ਬਿਠਾ ਕੇ ਇਹਨਾਂ ਨੂੰ ਰੇੜ ਕੇ ਮੁਗਲਾਂ ਦੇ ਜਿਹੜੇ ਕਿਲੇ ਹੋਇਆ ਕਰਦੇ ਸਨ ਜਾਂ ਚੌਕੀਆਂ ਹੋਇਆ ਕਰਦੀਆਂ ਸਨ ਉਹਨਾਂ ਦੇ ਨੇੜੇ ਲੈ ਜਾਂਦੇ ਸਨ ਤੇ ਕਿਲੇ ਦੀ ਜਾਂ ਉਸ ਚੌਕੀ ਦੀ ਜਿਹੜਾ ਦੀਵਾਰ ਸੀ, ਉਸ ਦੇ ਦਰਵਾਜ਼ਾ ਸੀ, ਉਸ ਨੂੰ ਤੋੜ ਦਿਆ ਕਰਦੇ ਸਨ ਤੇ ਆਪ ਉਸ ਦੇ ਵਿੱਚ ਬਚ ਰਹਿੰਦੇ ਸਨ। ਇਹ ਮੋਰ ਚਾਲ ਸਨ। ਇਸੇ ਹੀ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਪਾਸ ਤੁਸੀਂ ਸਾਰੇ ਸਮਝਦੇ ਹੋ ਕਿ ਜੋ ਤੋਪਾਂ ਸਨ ਉਹ ਬੜੀਆਂ ਲਿਮਟਿਡ ਸਨ, ਬੜੀਆਂ ਛੋਟੀਆਂ ਤੋਪਾਂ ਸਰਹੰਦ ਫਤਿਹ ਦੇ ਵਿੱਚੋਂ ਮਿਲੀਆਂ ਸਨ। ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਤੋਪਾਂ ਦੀ ਘਾਟ ਬੜੇ ਤੁਸੀਂ ਕਹਿ ਸਕਦੇ ਬੜੇ ਨਵੀਨ ਢੰਗ ਦੇ ਨਾਲ ਪੂਰੀ ਕੀਤੀ। ਉਸਨੇ ਇਮਲੀ ਦੇ ਦਰਖਤ ਦੇ ਵਿੱਚ ਛੇਕ ਮਾਰ ਕੇ, ਤਣੇ ਦੇ ਵਿੱਚ ਛੇਕ ਮਾਰ ਕੇ ਉਸ ਦੀ ਬੈਰਲ ਬਣਾਈ ਔਰ ਉਸ ਦੇ ਉੱਤੇ ਲੋਹੇ ਦੇ ਕੜੇ ਕੁੰਡਲ ਚਾੜ ਕੇ ਉਸ ਨੂੰ ਮਜ਼ਬੂਤ ਕੀਤਾ ਤੇ ਉਸ ਨੂੰ ਇੱਕ ਤੋਪ ਦੇ ਤੌਰ ਤੇ ਵਰਤਿਆ। ਇਸ ਦੇ ਵਿੱਚ ਸਿੱਕਾ ਨਹੀਂ ਬਲਕਿ ਪੱਥਰ ਪ੍ਰਯੋਗ ਕੀਤੇ ਤੇ ਫਾਰਸੀ ਦੇ ਇਤਿਹਾਸਕਾਰ ਲਿਖਦੇ ਨੇ ਕਿ ਇਹ ਤੋਪ ਜੇਕਰ ਪੂਰੀ ਤੋਪ ਦੀ ਮਾਰ ਨਹੀਂ ਕਰਦੀ ਤਾਂ ਲਗਭਗ ਅੱਧੀ ਤੋਪ ਦਾ ਹੀ ਮਾਰ ਜ਼ਰੂਰ ਕਰਦੀ ਹੈ। ਸੋ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਸੈਨਾ ਹੈ, ਮਤਲਬ ਖੂਬਸੂਰਤੀ ਇਹ ਹੈ ਕਿ ਉਸਨੇ ਇੱਕ ਇਸ ਤਰ੍ਹਾਂ ਦਾ ਮਤਲਬ ਜੰਗੀ ਕਲਾ ਤੇ ਜੰਗੀ ਪੈਂਤੜੇ ਅਪਣਾਏ ਜੋ ਸਾਡੇ ਲਈ ਬਹੁਤ ਹੀ ਇੱਕ ਕਿਸਮ ਨਾਲ ਉਸ ਜ਼ਮਾਨੇ ਦੇ ਵਿੱਚ ਮੁਗਲ ਸੈਨਾ ਜਿਹੜੀ ਜਿਸ ਦੇ ਐਡੇ ਬਹੁਤ ਜ਼ਿਆਦਾ ਰਿਸੋਰਸਸ ਸਨ ਉਹਨਾਂ ਨੂੰ ਉਸਨੇ ਮੁਕਾਬਲਾ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਦੇ ਸੰਬੰਧ ਦੇ ਵਿੱਚ ਜਿਹੜੇ ਅਸੀਂ ਨਵੇਂ ਸੋਰਸਸ ਰਿਟਰੀਵ ਕੀਤੇ ਨੇ ਉਹਨਾਂ ਦੇ ਵਿੱਚ ਰਾਜਸਥਾਨੀ ਸੋਰਸਸ ਨੇ। ਇਹ ਡਾਕੂਮੈਂਟ ਹੈ 1711 ਦਾ, ਜੂਨ 1711 ਦਾ। ਪੜ੍ਹਨਾ ਜਰਾ ਮੁਸ਼ਕਿਲ ਹੈ ਕਿਉਂਕਿ ਇਸ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਪਸਰੂਰ ਦੇ ਨੇੜੇ ਜੋ ਲੜਾਈ ਹੋਈ ਸੀ, ਉਸ ਲੜਾਈ ਦੇ ਵਿੱਚ 2 ਫੌਜੀ ਜਰਨੈਲ ਮੁਹੰਮਦ ਅਮੀਨ ਖਾਨ ਤੇ ਰੁਸਤਮ ਦਿਲ ਖਾਨ ਉਸ ਤੋਂ ਹਾਰ ਖਾ ਕੇ ਵਾਪਸ ਆ ਗਏ ਸਨ, ਉਸ ਦਾ ਪਿੱਛਾ ਵੀ ਨਹੀਂ ਕਰਨ ਗਏ। ਸੋ ਇਸ ਤਰ੍ਹਾਂ ਦੀ ਦਹਿਸ਼ਤ ਫੈਲੀ ਹੋਈ ਸੀ, ਇਸ ਦੇ ਵਿੱਚੋਂ ਉਜਾਗਰ ਹੁੰਦੀ ਹੈ। ਇਹ ਇਸੇ ਹੀ ਤਰ੍ਹਾਂ ਇੱਕ ਤਰ੍ਹਾਂ ਦਾ ਡਾਕੂਮੈਂਟ ਹੈ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜਸਥਾਨੀ ਦੇ ਡਾਕੂਮੈਂਟਸ ਦੇ ਵਿੱਚ ਮਿਲਦਾ ਹੈ। ਇਹ 1713 ਦੀ ਈਸਵੀ ਦੇ ਵਿੱਚ ਜਦੋਂ ਦੂਜੀ ਵਾਰ ਸਡੌਰੇ ਨੂੰ ਘੇਰਿਆ ਗਿਆ ਸੀ, ਇਹ ਉਸ ਵੇਲੇ ਦਾ ਹੈ। ਇਸ ਦੇ ਵਿੱਚ ਜੇਕਰ ਤੁਸੀਂ ਪੜ੍ਹ ਸਕੋ ਤੇ ਨੀਚੇ ਜਦੋਂ ਇੱਕ ਫੌਜੀ ਟੁਕੜੀ ਮੁਗਲਾਂ ਦੀ ਫੌਜੀ ਟੁਕੜੀ ਦੇ ਨਾਲ ਸਿੱਖਾਂ ਦੀ ਲੜਾਈ ਹੋਈ ਤੇ ਕਿੰਨੇ ਜਾਨਵਰ ਮਾਰੇ ਗਏ ਤੇ ਕਿੰਨੇ ਜਾਨਵਰ ਫਗੜੇ ਗਏ, ਕਿੰਨੇ ਲੋਕ ਮਰੇ ਗਏ, ਇਹ ਜਿਹੜੇ ਇੱਥੋਂ ਮੈਨੂੰ ਦਿਸਦਾ ਨਹੀਂ ਪਿਆ, ਨਹੀਂ ਮੈਂ ਪੜ੍ਹ ਕੇ ਤੁਹਾਨੂੰ ਦੱਸਦਾ। ਤੇ ਅਖੀਰ ਦੇ ਵਿੱਚ ਥੱਲੇ ਲਿਖਿਆ ਹੈ ਕਿ ਅਬਦੁਲ ਸਮਦ ਖਾਨ ਜਿਹੜਾ ਫੌਜੀ ਜਰਨੈਲ ਹੈ ਉਹ ਨਾਮਰਦ ਹੈ, ਮਤਲਬ ਡਰਪੋਕ ਹੈ। ਸਿਪਾਹ ਬਹੁਤ ਭਲੀ ਹੈ
पर अब्दुल समद खान नामर्द है, कायर है। सो बाबा बंदा सिंह बहादुर के संबंध में लोहगढ़ का अजकल उपरला स्थान है, ये अजकल हिमाचल ते हरियाणे की हद के उत्ते है। यह तुसी देखो उस तो ये शॉट लिया गया है। ये नीचे जो नाला दिसदा है, इस दे पैरों के विच मुगल सेना का डेरा सी, जदों कि बाबा बंदा सिंह बहादुर जिहड़ी मैं तुहानूं दिखाया है, ये इस स्थान के उत्ते डेरा सी। ते खब्बे पासे जो तुहानूं टीसी दिसदी है, वो बाबा बंदा सिंह बहादुर की अखीरला मोर्चा सी, जिस सितारागढ़ का नाम दिता होया सी। अजकल उत्थे गुरुद्वारा है। सो बाबा बंदा सिंह बहादुर की एक जिहड़ी होर गल जो दो तीन गल्लां मैं तुहाडे नाल गल करके समाप्ति करांगा। पहली गल तो बाबा बंदा सिंह बहादुर ने राज किस तरह स्थापित किया, उसकी खूबियां की ने, उसके संबंध में गल करा भी राज वाकई स्थापित किया सी। बाबा बंदा सिंह बहादुर ने सरहंद नूं फतेह करके सिख राज की राजधानी कायम की। जो मुखलिसपुर नाम का थां सी, उसनूं लोहगढ़ का नाम दिता, राजधानी कायम की और सिख राज की स्थापना दे सॉवरैनिटी दे वजों उसने सिक्का चलाया, जिसकी इबारत मैं आप पढ़ के दस सका। इस ही तरह मोहर चलाई ते नाल दी नाल जिस तरह कोई नवा मुगल बादशाह अपने नाम के उत्ते सन्ने जालूस जारी करया करता सी, बाबा बंदा सिंह बहादुर ने खालसा राज का सबक भी जारी किया। जिस तरह मुगल बादशाह शहरों के नाम परिवर्तित करते सन, तुसीं सारे जानते हो प्रयाग जो हिंदुओं का बहुत बड़ा तीर्थ स्थान है, इसका नाम इलाहाबाद रखा गया। आगरे का नाम अकबराबाद होया करता सी, दिल्ली का नाम शाहजहानाबाद तुसीं सारे जानते हो जे सुने हो। तो बाबा बंदा सिंह बहादुर ने जिहड़े इस तरह नाम कुछ नगरों के परिवर्तित किए, वो मैं तुहाडे सामने दसने चाहना। जिवें सढौरे का नाम अजायबगढ़, मुखलिसपुर का नाम लोहगढ़, सहारनपुर का नाम भागनगर, बूड़िए का नाम गुलाबनगर। सो बाबा बंदा सिंह बहादुर ने एक पूरा एक इस तरह सिर्फ व्यवस्था ही नहीं बदली, बल्कि एक पूरे का पूरा कल्चर जो एक क्रांतिकारी जिस दी निशानियां ने वो होंद विच लियांदा। बाबा बंदा सिंह बहादुर की स्टेट्समैनशिप, उसकी राजनीति नूं समझण दी ते एक नेता के तौरों नेता के वजों एक जो लीडरशिप है वो आम अजकल या अस कह सकते हैं हाले तक साडे इतिहासकारों ने नहीं समझी। कई तो यह कह देंगे ने कि बाबा बंदा सिंह बहादुर कोई नीतिवान नहीं सी, पर बाबा बंदा सिंह बहादुर दे जेकर हुण साडे पास जिहड़े सारे सोर्सेज ने तुसीं इन्हां नूं पढ़ोगे तो तुहानूं पता लगेगा कि बाबा बंदा सिंह बहादुर एक ग्रेट स्टेट्समैन भी सी। ਉਹਦੇ बारे मैं तुहानूं दसदा। मुगलों दी नीतियां तो भ्रिष्ट ते जालम हाकमां तो जो लोग तंग सन, उन्हां नूं बाबा बंदा सिंह बहादुर ने लामबंद करन दा यतन कीता। ਉਹਦੇ ਚ पंजाब के लोग भी सन। उस तो इलावा जमुना गंग दुआब दे विच वसे हुए गुज्जर ते बंजारे भी सन। और इस तो इलावा बाबा बंदा सिंह बहादुर ने जो राजपूत राजे सन, खास तौर पर राजस्थान के, उन्होंने अपने संघर्ष के विच शामिल होने के लिए एक प्रेरण की बहुत कोशिश की। मैं देखदा कि बाबा बंदा सिंह बहादुर ने 14 मई 1710 नूं सरहंद उत्ते कब्जा कर लिया, पर 28 मई 1710 नूं ही उसने राजपूत राजिਆਂ ਦੇ ਨਾਲ एक संपर्क पैदा किया है कि आओ तुसीं साडे नाल मिलवर्तन करो, सहयोग दिओ ते मुगल साम्राज का अंत कर दईए। सो बाबा बंदा सिंह बहादुर ने एक सिख राजपूत अलायंस क्रिएट करने की सोची सी। अनफॉर्चुनेटली राजपूत राजिਆਂ की खुदगर्जी के कारण, क्योंकि वो अपने मनसब ते जगीरां वधाउण दे लालच विच सन, बाबा बंदा सिंह बहादुर दे इस संघर्ष दे विच इस अलायंस नूं दे विच संबंधी वो शामिल नहीं होए। इस दे संबंध विच मैं तुहानूं स्टेट्समैनशिप दे वजों तुहानूं दिखा सकदा। यह फारसी का एक लैटर है जिस जो बाबा बंदा सिंह बहादुर वालों राजपूत राजिਆਂ नूं भेजिया गया कि आओ तुसीं इधरले पासियों आओ, असीं इधरों आउणे आ ते रल के मुगल साम्राज का मुकाबला करिए ते मुगल साम्राज दीआं जड़ां उखेड़ दित्तियां जाण। यह बाबा बंदा सिंह बहादुर का राजस्थानी दे विच मिलदा होया एक लैटर है
ਜੋ ਕਿਸੇ ਵੇਲੇ ਇੰਟਰਸੈਪਟ ਹੋ ਗਿਆ ਸੀ, ਇਸ ਦੇ ਵਿੱਚ ਉਹ ਚਿੰਤਾ ਜ਼ਾਹਰ ਕੀਤੀ ਗਈ ਹੈ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਗਾਫਲਤਾ, ਇਸ ਤਰ੍ਹਾਂ ਦੀ ਲਾਪਰਵਾਹੀ ਨਹੀਂ ਵਰਤਣੀ। ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਸੰਬੰਧ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਸ਼ਾਇਦ ਉਹ ਲੱਖੀ ਜੰਗਲ ਵਿਚਦੀ ਹੋ ਕੇ ਅਜਮੇਰ ਨੂੰ ਆਏਗਾ। ਸਮਝਿਆ ਜਾਂਦਾ ਹੈ ਕਿ ਇਸ ਤਰ੍ਹਾਂ ਦਾ ਸਹਿਯੋਗ ਪ੍ਰਾਪਤ ਕਰਨ ਦੇ ਲਈ ਉਹ ਰਾਜਸਥਾਨ ਵੀ ਜਾ ਸਕਦਾ ਸੀ। ਬਾਬਾ ਬੰਦਾ ਸਿੰਘ ਬਹਾਦਰ ਦੇ ਸੰਬੰਧ ਦੇ ਵਿੱਚ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੇਕਰ ਇਹ ਅਲਾਇੰਸ, ਸਿੱਖ ਰਾਜਪੂਤ ਅਲਾਇੰਸ ਉਸ ਵੇਲੇ ਸਿਰੇ ਚੜ ਗਿਆ ਹੁੰਦਾ ਤਾਂ ਸ਼ਾਇਦ ਮੁਗਲ ਸਾਮਰਾਜ ਦਾ ਪਤਨ ਬਹੁਤ ਪਹਿਲਾਂ ਹੋ ਗਿਆ ਹੋਣਾ ਚਾਹੀਦਾ ਸੀ। ਸੋ ਮੈਂ ਇਹ ਜੇ ਦੇਖਿਆ ਜਾਵੇ ਕਿ ਮੁਗਲਾਂ ਵਿਰੁੱਧ ਸੰਘਰਸ਼ ਕਰਨ ਦੇ ਲਈ ਵਿਦੇਸ਼ੀ ਹਾਕਮਾਂ ਨੂੰ ਹਿੰਦੁਸਤਾਨ ਤੋਂ ਕੱਢਣ ਦਾ ਜੋ ਪਹਿਲਾ ਯਤਨ ਹੈ ਜੇ ਕਿਸੇ ਜਰਨੈਲ ਨੇ ਕੀਤਾ ਤਾਂ ਉਹ ਸਿੱਖ ਜਰਨੈਲ ਨੇ, ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤਾ। ਤੇ ਇੱਕ ਸਵਰਾਜ, ਸੈਲਫ ਰੂਲ, ਜਿਸ ਦੇ ਵਿੱਚ ਆਮ ਲੋਕ ਵੀ ਭਾਈਵਾਲ ਬਣਨ, ਤੇ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤਾ। ਆਮ ਲੋਕਾਂ ਨੂੰ ਵੀ ਆਪਣੀ ਰਾਜ ਸੱਤਾ ਦੇ ਵਿੱਚ ਭਾਈਵਾਲ ਬਣਾਇਆ। ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਕੇ ਸਮਾਪਤੀ ਕਰਾਂਗਾ। ਹੁਣ ਮੁਗਲ ਸਾਮਰਾਜ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਵਿਰੁੱਧ ਆਪਣੀ ਮੁਹਿੰਮ ਛੇੜਨ ਦੇ ਲਈ ਕੁਝ ਕੂਟਨੀਤੀ ਵੀ ਵਰਤੀ। ਸੈਨਿਕ ਤੌਰ ਤੇ ਇਹਦੇ 'ਚ ਕੋਈ ਸ਼ੱਕ ਨਹੀਂ, ਮੁਗਲ ਸਾਮਰਾਜ ਉਸ ਵੇਲੇ ਦੀ ਵਿਸ਼ਵ ਸ਼ਕਤੀ ਸੀ। ਉਸ ਦੀ ਮਿਲਟਰੀ ਪਾਵਰ ਇਤਨੀ ਜ਼ਿਆਦਾ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸੈਨਿਕ ਸ਼ਕਤੀ ਉਸ ਦੇ ਮੁਕਾਬਲੇ ਨਿਗੂਣੀ ਸੀ। ਪਰ ਬਹਾਦਰ ਸ਼ਾਹ ਖੁਦ ਸ਼ਾਹੀ ਸੈਨਾ ਨੂੰ ਲੀਡ ਦੇਣ ਦੇ ਲਈ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਨੂੰ ਉਸ ਵੇਲੇ ਦੋ ਨਾਵਾਂ ਨਾਲ ਯਾਦ ਕਰਿਆ ਜਾਂਦਾ ਸੀ। ਇੱਕ ਦੱਖਣ ਹੈ, ਇੱਕ ਹਿੰਦੁਸਤਾਨ ਹੈ। ਜਿਹੜਾ ਅੱਜ ਕੱਲ੍ਹ ਦਾ ਸਾਊਥ ਇੰਡੀਆ ਹੈ, ਇਸ ਨੂੰ ਦੱਖਣ ਕਿਹਾ ਜਾਂਦਾ ਸੀ। ਜਿਹੜਾ ਨਾਰਥਰਨ ਇੰਡੀਆ, ਨਰਮਦਾ ਤੋਂ ਉੱਪਰਲਾ, ਇਸ ਨੂੰ ਹਿੰਦੁਸਤਾਨ ਕਿਹਾ ਜਾਂਦਾ ਸੀ। ਸੋ ਉਹ ਪੰਜਾਬ ਆਇਆ, ਹਿੰਦੁਸਤਾਨ ਆਇਆ ਸ਼ਾਹੀ ਸੈਨਾ ਨੂੰ ਲੀਡ ਕਰਨ ਦੇ ਲਈ। ਔਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਹਰਾਉਣ ਦੇ ਲਈ ਉਸਨੇ ਪੂਰੀ ਦੀ ਪੂਰੀ ਸੈਨਿਕ ਸ਼ਕਤੀ ਮੁਗਲ ਸਾਮਰਾਜ ਦੀ, ਇਲਾਹਾਬਾਦ ਤੋਂ ਲੈ ਕੇ ਉਜੈਨ, ਅਹਿਮਦਾਬਾਦ ਤੱਕ ਦੇ ਜਿੰਨੇ ਸੂਬੇਦਾਰ ਫੌਜਦਾਰ ਸਨ, ਉਹਨਾਂ ਦੀ ਸੈਨਾ, ਰਾਜਸਥਾਨ ਔਰ ਮੱਧ ਪ੍ਰਦੇਸ਼ ਦੇ ਜਿਹੜੇ ਰਾਜਪੂਤ ਰਾਜੇ ਸਨ ਉਹਨਾਂ ਦੀਆਂ ਸੈਨਾ, ਰਾਜਪੂਤ ਰਾਜਿਆਂ ਤੋਂ ਇਲਾਵਾ ਪਹਾੜੀ ਰਾਜਿਆਂ ਦੇ ਜਿਹੜੇ ਸਿਪਾਹੀ, ਉਹ ਵੀ ਸਾਰੇ ਇਸ ਦੇ ਵਿੱਚ ਸ਼ਾਮਲ ਸਨ। ਪਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੁਗਲ ਸਾਮਰਾਜ ਸੈਨਿਕ ਸ਼ਕਤੀ ਦੇ ਰਾਹੀਂ, ਆਪਣੀ ਸੈਨਿਕ ਸ਼ਕਤੀ ਦੇ ਰਾਹੀਂ ਜਿੱਤ ਨਹੀਂ ਸੀ ਸਕਿਆ। ਪਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਹਰਾਉਣ ਦੇ ਲਈ ਇੱਕ ਕੂਟਨੀਤੀ ਵੀ ਵਰਤੀ ਗਈ। ਉਹ ਕੂਟਨੀਤੀ ਆਮ ਤੌਰ ਤੇ ਸਾਡੇ ਇਤਿਹਾਸਕਾਰਾਂ ਦੀ ਨਜ਼ਰ ਦੇ ਵਿੱਚ ਨਹੀਂ ਆਈ। ਮਤਲਬ ਇਹ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਹਰਾਉਣ ਦੇ ਲਈ ਮੁਗਲ ਜਰਨੈਲ ਫੇਲ ਹੋ ਗਏ ਨੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਹਰਾਉਣ ਦੇ ਲਈ ਇੱਕ ਚਾਲ ਚੱਲੀ ਗਈ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਵਿਰੁੱਧ ਇੱਕ ਹੋਰ ਪੈਰਲਲ ਸਿੱਖ ਲੀਡਰਸ਼ਿਪ ਕ੍ਰੀਏਟ ਕੀਤੀ ਜਾਵੇ। ਬਹਾਦਰ ਸ਼ਾਹ ਜਦੋਂ ਪੰਜਾਬ ਵਿੱਚ ਆਇਆ ਤਾਂ ਉਸਨੇ ਲੋਕਾਂ ਤੋਂ ਪੁੱਛਿਆ ਕਿ ਅਨੰਦਪੁਰ ਸਾਹਿਬ ਦਾ ਸੋਢੀ ਗੁਲਾਬ ਰਾਏ, ਉਹ ਵੀ ਆਪਣੇ ਆਪ ਨੂੰ ਗੁਰੂ ਖਵਾਉਂਦਾ ਹੈ। ਉਸ ਨੂੰ ਵੀ ਸੁਨੇਹਾ ਭੇਜਿਆ ਗਿਆ ਕਿ ਸਰਹੰਦ ਤੋਂ ਕਿ ਉਹ ਆ ਕੇ ਮਿਲੇ। ਪਰ ਇਸ ਤੋਂ ਪਹਿਲੇ ਜਦੋਂ ਉਹ ਦਿੱਲੀ ਤੋਂ ਲਾਹੌਰ ਵੱਲ ਆ ਰਿਹਾ, ਸਡੌਰੇ ਦੇ ਰਾਹੀਂ ਲਾਹੌਰ ਵੱਲ ਆ ਰਿਹਾ ਸੀ, ਤਾਂ ਉਸਨੇ ਇੱਕ ਜਿਹੜੀ ਚਾਲ ਚੱਲੀ ਉਹ ਇਹ ਸੀ, ਜੋ ਮਾਤਾ ਸੁੰਦਰੀ ਦਾ ਪੁੱਤਰੇਲਾ ਪਾਲਤੂ ਪੁੱਤਰ ਅਜੀਤ ਸਿੰਘ ਸੀ, ਉਸ ਨੂੰ ਆਪਣੇ ਨਾਲ ਲਿਆ। ਉਸ ਨੂੰ ਨਾਲ ਲਿਆ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਬਿਠਾਇਆ। ਦਰਬਾਰ ਸਾਹਿਬ ਅੰਮ੍ਰਿਤਸਰ ਦੀ ਉਸ ਨੂੰ ਜਗੀਰ ਸੀ ਜਿਹੜੀ ਉਸ ਨੂੰ ਦਿੱਤੀ ਗਈ। ਔਰ ਬਾਬਾ ਬੰਦਾ ਸਿੰਘ ਬਹਾਦਰ ਦੇ ਸੰਬੰਧ ਦੇ ਵਿੱਚ ਉਸ ਤੋਂ ਝੂਠ ਪ੍ਰਚਾਰ ਕਰਵਾਇਆ ਗਿਆ ਤਾਂ ਕਿ ਸਿੱਖਾਂ ਨੂੰ ਉਸ ਦੇ ਨਾਲੋਂ ਤੋੜਿਆ ਜਾ ਸਕੇ। ਸੋ ਬਹਾਦਰ ਸ਼ਾਹ ਨੇ ਖਾਲਸਾ ਦਲ ਦੇ ਵਿੱਚ ਫੁੱਟ ਪਵਾਉਣ ਦੇ ਲਈ ਯਤਨ ਕੀਤਾ। ਇਹ ਯਤਨ ਅੱਗੋਂ ਜਾਰੀ ਰਿਹਾ ਤੇ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਕੁਝ ਸਾਥ ਛੱਡ ਕੇ ਲੋਕ ਬਾਹਰ ਵੀ ਨਿਕਲ ਆਏ ਸਨ ਗੁਰਦਾਸ ਨੰਗਲ ਦੇ ਘੇਰੇ ਤੋਂ। ਸੋ ਬਾਬਾ ਬੰਦਾ ਸਿੰਘ ਬਹਾਦਰ ਦੇ ਸੰਬੰਧ ਦੇ ਵਿੱਚ ਜੋ 8 ਮਹੀਨਿਆਂ ਦਾ ਉਹ ਘੇਰਾ ਹੈ, 5 ਅਪ੍ਰੈਲ 1715 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹ ਘੇਰਾ ਪਿਆ ਤੇ 5 ਦਸੰਬਰ 1715 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ, ਜੋ ਬਿਲਕੁਲ ਸਤਹੀਣ ਭੁੱਖੇ ਤੇ ਭੁੱਖ ਤੇ ਤੇਜ਼ ਨਾਲ ਹੋ ਚੁੱਕੇ ਸਨ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਸੋ ਅੰਤ ਸ਼ਹੀਦੀ ਜੋ ਹੋਈ ਉਸ ਦੇ ਸੰਬੰਧ ਵਿੱਚ ਮੈਂ ਦੱਸਦਾ ਜਾਵਾਂ ਕਿ ਜੋ ਸਿੰਘ ਗ੍ਰਿਫਤਾਰ ਕੀਤੇ ਗਏ ਬੇਸ਼ੱਕ ਨਤਾਣੇ ਹੋ ਚੁੱਕੇ ਸਨ, ਸਤਹੀਣ ਸਨ, ਪਰ ਆਤਮਿਕ ਤੌਰ ਤੇ ਚੜ੍ਹਦੀ ਕਲਾ ਦੇ ਵਿੱਚ ਸਨ।
ਤੇ ਸਾਰੇ ਇਤਿਹਾਸਕਾਰ ਲਿਖਦੇ ਹਨ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀ ਚੜ੍ਹਦੀ ਕਲਾ ਵਿੱਚ ਆਤਮਿਕ ਤੌਰ ਤੇ ਬਾਣੀ ਪੜ੍ਹਦੇ ਹੋਏ, ਸ਼ਹੀਦੀ ਵਾਲੇ ਸ਼ਬਦ ਪੜ੍ਹਦੇ ਹੋਏ ਜਲੂਸ ਦੀ ਸ਼ਕਲ ਦੇ ਵਿੱਚ ਦਿੱਲੀ ਨੂੰ ਜਾ ਰਹੇ ਸਨ। ਦਿੱਲੀ ਨੂੰ ਜਦੋਂ ਜਾ ਰਹੇ ਸਨ ਤੇ ਫਰਵਰੀ ਦੇ ਵਿੱਚ ਅੰਤ ਦੇ ਵਿੱਚ 1716 ਦੇ ਵਿੱਚ ਬਾਦਸ਼ਾਹ ਫਰਕ ਸਟਰੀਟ ਦੇ ਸਾਹਮਣੇ ਪੇਸ਼ ਕੀਤੇ ਗਏ। ਬਾਬਾ ਬੰਦਾ ਸਿੰਘ ਬਹਾਦਰ ਤੇ ਉਸ ਦੇ ਨਾਲ 17 ਜਿਹੜੇ ਮੁਖੀ ਸਿੱਖ ਨੇ ਉਹਨਾਂ ਨੂੰ ਤਰਪੋਲੀਆ ਗੇਟ ਦੇ ਉੱਤੇ ਕੈਦ ਰੱਖਿਆ ਗਿਆ ਤੇ ਦੂਜੇ ਸਿੰਘਾਂ ਦੇ ਸੰਬੰਧ ਦੇ ਵਿੱਚ ਹੁਕਮ ਕੀਤਾ ਗਿਆ ਕਿ ਇਹਨਾਂ ਨੂੰ 100 ਦੇ ਜਥੇ ਦੇ ਵਿੱਚ ਰੋਜ਼ਾਨਾ ਚਬੂਤਰਾ ਕਤਵਾਲੀ ਦੇ ਉੱਤੇ ਲਿਜਾ ਕੇ ਕਤਲ ਕਰ ਦਿੱਤਾ ਜਾਵੇ। ਚਬੂਤਰਾ ਕਤਵਾਲੀ, ਜੇਕਰ ਤੁਸੀਂ ਦਿੱਲੀ ਗਏ ਹੋ, ਸੀਸਗੰਜ ਦੇ ਨਾਲ ਇੱਕ ਛੋਟੀ ਜਿਹੀ ਮਸਜਿਦ ਹੈ, ਉੱਥੇ ਸਰਬਰਾਹ ਖਾਨ ਕੋਤਵਾਲ ਨੂੰ ਇਸ ਹੁਕਮ ਦੇ ਉੱਤੇ ਅਮਲ ਕਰਨ ਦੇ ਲਈ ਜ਼ਿੰਮੇਵਾਰੀ ਦਿੱਤੀ ਗਈ ਤੇ ਰੋਜ਼ਾਨਾ 100 ਦੇ ਜਥੇ ਦੇ ਵਿੱਚ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ। ਇਸ ਮੰਜ਼ਰ ਨੂੰ, ਕਤਲੇਆਮ ਨੂੰ ਬਹੁਤ ਸਾਰੇ ਇਤਿਹਾਸਕਾਰਾਂ ਨੇ, ਮੁਸਲਮਾਨਾਂ ਨੇ ਵੀ, ਔਰ ਇੱਥੋਂ ਤੱਕ ਕਿ ਇੱਕ ਜੋ ਉਸ ਵੇਲੇ ਇੱਕ ਮਿਸ਼ਨ ਈਸਟ ਇੰਡੀਆ ਕੰਪਨੀ ਦਾ ਅੰਗਰੇਜ਼ਾਂ ਦਾ ਵੀ ਗਿਆ ਸੀ, ਉਸਨੇ ਵੀ ਦੇਖਿਆ, ਉਹਨਾਂ ਨੇ ਵੀ ਕਲਮਬੰਦ ਕੀਤਾ ਹੈ। ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜਿਹੜੇ ਸਿੰਘ ਗਏ ਸਨ ਉਹਨਾਂ ਨੂੰ ਇਹ ਪੇਸ਼ ਕੀਤੀ ਗਈ ਕਿ ਜੇਕਰ ਤੁਸੀਂ ਇਸਲਾਮ ਕਬੂਲ ਕਰ ਲਓ, ਮੁਸਲਮਾਨ ਬਣ ਜਾਓ ਤਾਂ ਤੁਹਾਨੂੰ ਰਿਹਾ ਕਰ ਦਿੱਤਾ ਜਾਵੇਗਾ। ਪਰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜਿੰਨੇ ਵੀ ਲੋਕ ਗਏ ਸਨ, ਜਿੰਨੇ ਵੀ ਗ੍ਰਿਫਤਾਰ ਹੋਏ ਸਨ ਸਿੰਘ, ਕਿਸੇ ਨੇ ਆਪਣਾ ਧਰਮ ਨਹੀਂ ਤਿਆਗਿਆ, ਸਾਰੇ ਸਿਰ ਦੇ ਉੱਤੇ ਕਾਇਮ ਰਹੇ। ਇੱਥੋਂ ਤੱਕ ਇੱਕ ਛੋਟਾ ਬੱਚਾ ਨਾ ਕਹੋ, ਇੱਕ ਮੁੱਛ ਫੁੱਟ ਜਵਾਨ ਜਿਸ ਨੇ ਇੱਕ ਜਵਾਨੀ ਦੇ ਵਿੱਚ ਆਪਣਾ ਪੈਰ ਵੀ ਧਰਿਆ ਸੀ, ਜਿਸ ਦੀ ਮਾਂ ਪਰਵਾਨਾ ਲੈ ਆਈ ਸੀ ਰਿਹਾਈ ਦਾ, ਉਹ ਕਹਿੰਦਾ ਹੈ ਕਿ ਮੈਂ ਨਹੀਂ ਜਾਣਦਾ ਇਹ ਬੁੱਢੜੀ ਕੌਣ ਹੈ, ਇਹ ਮੇਰੀ ਮਾਂ ਨਹੀਂ, ਮੈਨੂੰ ਮੇਰੇ ਸਾਥੀਆਂ ਦੇ ਨਾਲ ਜਾਣ ਦਿਓ, ਮੈਨੂੰ ਛੇਤੀ ਸ਼ਹੀਦ ਕਰੋ। ਤੇ ਜੇਕਰ ਜਲਾਦ ਤੋਂ ਦੇਰੀ ਹੋ ਜਾਂਦੀ ਸੀ ਸਿੰਘਾਂ ਨੂੰ ਸ਼ਹੀਦ ਕਰਨ ਦੇ ਵਿੱਚ, ਤੇ ਸਿੰਘ ਅੱਗੇ ਵੱਧ ਕੇ ਕਹਿੰਦੇ ਸਨ, ਓਏ ਭੜੂਏ ਇੰਨੀ ਦੇਰ ਕਿਉਂ ਲਾਈ ਹੈ, ਮੇਰੇ ਸਾਥੀ ਅੱਗੇ ਚਲੇ ਗਏ ਨੇ, ਛੇਤੀ ਕਰ। ਇਹ ਸੀ ਸਿੰਘਾਂ ਦਾ ਜਜ਼ਬਾ। ਬਾਬਾ ਬੰਦਾ ਸਿੰਘ ਬਹਾਦਰ ਨੂੰ ਅਖੀਰ ਤੇ ਉਹਨਾਂ ਨਾਲ ਸਿੰਘਾਂ ਨੂੰ 9 ਜੂਨ 1716 ਈਸਵੀ ਨੂੰ ਸ਼ਹੀਦ ਕੀਤਾ ਗਿਆ ਖਾਜਾ ਕੁਤਬੁੱਦੀਨ ਬਖਤਿਆਰ ਕਾਕੀ ਦੀ ਦਰਗਾਹ ਦੇ ਪ੍ਰਵੇਸ਼ ਦੁਆਰ ਦੇ ਉੱਤੇ। ਤੇ ਪ੍ਰਵੇਸ਼ ਦੁਆਰ ਦੇ ਉੱਤੇ ਜਦੋਂ ਕਤਲ ਕੀਤਾ ਗਿਆ, ਉਸ ਦਾ ਪਬਲਿਕ ਤੌਰ ਤੇ ਤਸੀਹੇ ਦਿੱਤੇ ਗਏ, ਬੜਾ ਬੇਰਹਿਮੀ ਦੇ ਨਾਲ ਉਸ ਦੇ ਬੱਚੇ ਨੂੰ ਕਤਲ ਕਰਕੇ, ਸ਼ਹੀਦ ਕਰਕੇ, ਉਸ ਦਾ ਤੜਪਦਾ ਜਿਗਰ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਤੁੰਨਿਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਅੰਤ ਤੱਕ ਆਪਣੇ ਸਿਰ ਦੇ ਉੱਤੇ ਕਾਇਮ ਰਿਹਾ ਤੇ ਸ਼ਹੀਦੀ ਪ੍ਰਾਪਤ ਕਰ ਗਿਆ। ਮੈਂ ਇਸੇ ਹੀ ਕਿਤਾਬ ਦੇ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਅੰਤਲੇ ਸਮੇਂ ਦਾ ਜ਼ਿਕਰ ਪੜ੍ਹ ਕੇ ਆਪਣਾ ਵਿਚਾਰ ਸਮਾਪਤ ਕਰਨਾ ਚਾਹਾਂਗਾ। ਮੈਂ ਕਿਉਂਕਿ ਇਹ ਉਸ ਵੇਲੇ ਦਾ ਗਵਾਹੀ ਹੈ, ਇਹ ਉਸ ਵੇਲੇ ਦਾ ਵਿਵਰਣ ਹੈ ਜਿਹੜਾ ਲਿਖਦਾ ਹੈ ਕਿ ਕਿਸ ਤਰ੍ਹਾਂ ਤਸੀਹੇ ਦਿੱਤੇ ਗਏ, ਕਿਸ ਤਰ੍ਹਾਂ ਕਿਹਾ ਗਿਆ ਕਿ ਇਸਲਾਮ ਬਹੁਤ ਵਧੀਆ ਧਰਮ ਹੈ, ਤੁਸੀਂ ਸਾਰੇ ਇਸ ਧਰਮ ਦੇ ਵਿੱਚ ਆਓ। ਬੇਸ਼ੱਕ ਉਹਨਾਂ ਨੂੰ ਬਹੁਤ ਸਾਰੇ ਲਾਲਚ ਦਿੱਤੇ ਗਏ, ਪਰ ਉਹਨਾਂ ਦੇ ਵਿੱਚੋਂ ਕੋਈ ਵੀ ਸਿੰਘ ਆਪਣੇ ਸਿੱਧ ਤੋਂ ਨਹੀਂ ਸੀ ਡੋਲਿਆ। ਇਹ ਮੁਹੰਮਦ ਕਾਸਮ ਔਰੰਗਾਬਾਦੀ ਨਾਂ ਦਾ ਇਤਿਹਾਸਕਾਰ ਹੈ, ਮੁਗਲ ਆਰਮੀ ਦਾ ਪੇਮਾਸਟਰ ਸੀ, ਸੈਨਾਪਤੀ ਵੀ ਸੀ। ਇਹ ਕੀ ਲਿਖਦਾ ਹੈ? ਇਹਨਾਂ ਸੱਚੀਆਂ ਗੱਲਾਂ ਦਾ ਲੇਖਕ, ਦਿੱਲੀ ਦੇ ਬਜ਼ੁਰਗਾਂ ਦਾ ਦਾਸ ਮੁਹੰਮਦ ਕਾਸਮ ਔਰੰਗਾਬਾਦੀ, ਜਿਹੜਾ ਮੁਗਲ ਕੌਮ ਵਿੱਚ ਪੈਦਾ ਹੋਇਆ ਹੈ, ਸੁਰਤ ਸੰਭਾਲਣ ਦੇ ਦਿਨਾਂ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਮੁਗਲਾਂ ਸੰਬੰਧੀ ਕਿਤਾਬਾਂ ਪੜ੍ਹਨ ਦੇ ਵਿੱਚ ਰੁਚੀ ਵੀ ਰੱਖੀ ਹੈ ਅਤੇ ਧਾਰਮਿਕ ਪੁਰਸ਼ਾਂ ਦੀ ਮਹਾਨ ਗੱਲਬਾਤ ਨੂੰ ਦਿਲ ਦੀ ਗਹਿਰਾਈ ਤੋਂ ਸੁਣਿਆ ਵੀ ਹੈ। ਪੜ੍ਹੀਆਂ ਨਾ ਪੜ੍ਹੀਆਂ ਤੇ ਸੁਣੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਕਿਸੇ ਸਮੇਂ ਵਿੱਚ ਵੀ ਸਿੱਖਾਂ ਵਰਗੀ ਸੰਘਰਸ਼ ਕਰਨ ਵਾਲੀ ਤੇ ਸ਼ਾਨ ਸੁਭਾਅ ਕੌਮ ਹੋਰ ਕਿਧਰੇ ਪੈਦਾ ਨਹੀਂ ਹੋਈ। ਆਦਮੀ ਲਾਚਾਰ ਹੈ, ਜ਼ਮਾਨੇ ਦੀਆਂ ਸਖਤੀਆਂ ਆਉਣ ਸਾਰ ਜਾਨ ਬੁੱਲਾਂ ਤੇ ਆ ਜਾਂਦੀ ਹੈ। ਤੱਤਾਂ ਦਾ ਬਣਿਆ ਢਾਂਚਾ ਭਾਵ ਸਰੀਰ ਮਰਨ ਵਾਲਾ ਹੋ ਜਾਂਦਾ ਹੈ। ਭਾਵੇਂ ਆਦਮੀ ਆਪਣੇ ਸਾਰੇ ਗਿਆਨ ਇੰਦਰੀਏ ਸਹੀ ਸਲਾਮਤ ਰੱਖਦਾ ਹੋਵੇ, ਪਰ ਤੇਜ਼ ਬੁਖਾਰ ਹੋਣ ਸਦਕਾ ਹੌਲੀ ਹੌਲੀ ਪੂਰਾ ਹੋ ਜਾਂਦਾ ਹੈ। ਅੱਗੇ ਲਿਖਦਾ ਹੈ, ਮਤਲਬ ਇਹ ਤਸੀਹੇ ਦਿੱਤੇ ਗਏ ਬੜੀ ਬੇਰਹਿਮੀ ਦੇ ਨਾਲ। ਸ਼ਾਇਦ ਇਹ ਬਦਜ਼ਾਤ ਗਰੋਹ ਭਾਵ ਸਿੱਖ ਸਖਤ ਪੱਥਰ ਦਾ ਬਣਿਆ ਹੋਇਆ ਸੀ। ਸਖਤ ਪੱਥਰ ਵੀ ਸਖਤੀ ਪੈਣ ਦੀ ਹਾਲਤ ਵਿੱਚ ਆਪਣੀ ਤਾਕਤ ਗਵਾ ਬੈਠਦਾ ਹੈ। ਜੇ ਲੋਹੇ ਦੇ ਹਥੌੜੇ ਨੂੰ ਵੱਡੇ ਪੱਥਰਾਂ ਤੇ ਮਾਰਿਆ ਜਾਵੇ ਤਾਂ ਪੱਥਰ ਫੌਰਨ ਟੁੱਟ ਜਾਂਦਾ ਹੈ। ਪਰ ਇਸ ਗਰੋਹ ਦੇ ਦਿਲਾਂ ਬਾਰੇ ਕੀ ਕਿਹਾ ਜਾ ਸਕਦਾ ਹੈ? ਭਾਵ ਟੁੱਟੇ ਨਹੀਂ, ਸਖਤੀ ਦੇ ਨਾਲ ਵੀ, ਤਸੀਹਿਆਂ ਦੇ ਨਾਲ ਵੀ। ਸ਼ਾਇਦ ਇਹ ਹਾਲਤ ਵੇਖ ਕੇ ਰੱਬ ਦੀ ਸ਼ਕਤੀ ਦਾ ਜ਼ੋਰ ਵਿਖਾਈ ਦਿੰਦਾ ਹੈ। ਉਹ ਮੋਮ ਨੂੰ ਲੋਹੇ ਦਾ ਜਿਸਮ ਬਖਸ਼ ਸਕਦਾ ਹੈ ਤੇ ਸਖਤ ਪੱਥਰ ਨੂੰ ਮੋਮ ਨਾਲੋਂ ਵੀ ਵਧੇਰੇ ਨਰਮ ਬਣਾ ਸਕਦਾ ਹੈ। ਇੱਥੇ ਆ ਕੇ ਬੋਲਣ ਵਾਲੀ ਜ਼ਬਾਨ ਗੂੰਗੀ ਤੇ ਫਟੀ ਜੀਭ ਵਾਲੀ ਕਲਮ ਲਿਖਣੋਂ ਜਵਾਬ ਦੇ ਜਾਂਦੀ ਹੈ। ਇਹ ਇੱਕ ਵਿਰੋਧੀ ਦੇ ਮਤਲਬ ਜਿਹੜਾ ਸੈਨਾਪਤੀ ਹੈ, ਜੋ ਬਾਬਾ ਬੰਦਾ ਸਿੰਘ ਬਹਾਦਰ ਦੇ ਵਿਰੁੱਧ ਲੜਿਆ ਵੀ ਸੀ ਤੇ ਜਿਸ ਨੇ ਸ਼ਹੀਦੀ ਦਾ ਮੰਜ਼ਰ ਦੇਖਿਆ ਵੀ ਸੀ, ਉਹ ਅੰਤ ਦੇ ਵਿੱਚ ਇੱਕ ਇਸ ਤਰ੍ਹਾਂ ਦੀ, ਮੈਂ ਇਹਨੂੰ ਕਹਿਣਾ, ਬੇਸ਼ੱਕ ਉਹ ਵਿਰੋਧੀ ਹੈ, ਬੇਸ਼ੱਕ ਉਸਨੇ ਬਹੁਤ ਅਸਭਿਆ
ਸ਼ਬਦਾਵਲੀ ਪ੍ਰਯੋਗ ਕੀਤੀ ਹੈ, ਇਹ ਇੱਕ ਕਿਸ ਨਾਲ ਇੱਕ ਟ੍ਰਿਬਿਊਟ ਹੈ ਉਸ ਯੋਧੇ ਨੂੰ ਜੋ ਇੱਕ ਮੈਂ ਕਹਿੰਦਾ ਕਿ ਜਾਦੂ ਸਿਰ ਚੜ੍ਹ ਕੇ ਬੋਲਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਬਹਾਦਰੀ ਤੇ ਉਹਦੀ ਸਿਰਕਦਿਲੀ ਕਿਸ ਤਰ੍ਹਾਂ ਉਸਨੇ ਇਸ ਦੇ ਵਿੱਚ ਅੰਕਿਤ ਕੀਤੀ ਹੈ। ਮੇਰੀਆਂ ਇੰਨੀਆਂ ਬੇਨਤੀਆਂ ਸਵੀਕਾਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।